ਉਹ ਲੋਕ ਜ਼ਮੀਨਾਂ ਲੱਭਦੇ ਆ ਕਿਸੇ ਵੀ ਕੰਟਰੀ ਦੀਆਂ, ਐਕਸਪੈਰੀਮੈਂਟ ਕਰਨਾ ਚਾਹੁੰਦੇ ਪੰਜਾਬ ਦੀ ਜ਼ਮੀਨ ਤੇ, ਕਿਉਂਕਿ ਬੜੀ ਉਪਜਾਊ ਧਰਤੀ ਆ। ਗੁਰੂਆਂ ਦੇ ਬਚਨਾਂ ਨਾਲ ਪਲੇ ਹੋਏ ਅਸੀਂ ਲੋਕ ਆ, ਗੁਰੂਆਂ ਦੇ ਬਚਨਾਂ ਤੇ ਪਹਿਰਾ ਦਿੰਦੇ ਅਸੀਂ ਲੋਕ ਆ। ਸਾਡੀਆਂ ਜਾਗਦੀਆਂ ਜ਼ਮੀਰਾਂ ਨੇ। 15 ਸਾਲ ਪਹਿਲਾਂ ਮੋਰਚਾ ਲਾ ਲੈਂਦੇ ਕਿ ਪੰਜਾਬ 'ਚ ਆ ਕੇ ਕੋਈ ਵੀ ਬਾਹਰਲੇ ਸੂਬੇ ਦਾ ਬੰਦਾ ਜ਼ਮੀਨ ਨਹੀਂ ਖਰੀਦੂਗਾ, ਤਾਂ ਅੱਜ ਇਹ ਨੌਬਤ ਨਾ ਆਵੇ। ਜਿਹੜੇ ਸਾਨੂੰ ਦਲਾਲ ਦੱਸਦੇ ਆ ਮੋਦੀ ਵਰਗੇ ਵੀ ਇਹ ਦਲਾਲ ਲੋਕ ਸੜਕਾਂ ਤੇ ਧਰਨਾ ਕਰਦੇ ਆ, 14 ਸਾਲ ਦਾ ਜਵਾਕ ਇੱਥੇ ਖੜਾ ਛੋਟੇ ਵੀਰ ਹੋਰੇ ਪਿੰਡ ਦਾ ਉਹ ਨੌਜਵਾਨ ਵੀਰ ਹੈ, ਮੈਨੂੰ ਲੱਗਦਾ ਉਹਨੂੰ ਪਿੰਡ ਵਾਲਿਆਂ ਵੱਲੋਂ ਇਹ ਸਜ਼ਾ ਦੇਣੀ ਚਾਹੀਦੀ ਹੈ, ਉਹਨੂੰ ਫਾਂਸੀ ਤੇ ਚੜਾ ਦੇਣਾ ਚਾਹੀਦਾ ਹੈ ਕਿ ਜਿਹਨੇ ਪੰਜਾਬ 'ਚ ਰਹਿੰਦੇ ਹੋਏ ਪੰਜਾਬ ਦੀ ਸੱਭਿਅਤਾ ਤੋਂ ਜਿਹੜਾ ਚੰਗੀ ਤਰ੍ਹਾਂ ਜਾਣੂ ਹੈ, ਚਾਹੇ ਉਹ ਅਨਪੜ੍ਹ ਕੋਰਾ ਹੀ ਹੈ, ਉਹਨੂੰ ਇਹ ਤਾਂ ਪਤਾ ਨਾ ਵੀ ਅਸੀਂ ਪੰਜਾਬੀ ਆ, ਇਹ ਸਾਡਾ ਗੁਰੂ ਘਰ ਆ, ਅਸੀਂ ਇੱਥੇ ਬੇਅਦਬੀ ਨਹੀਂ ਕਰਨੀ। ਸ਼ਰਮ ਆਉਣੀ ਚਾਹੀਦੀ ਹੈ, ਲੜਾਈ ਸਾਡੀ ਆ। ਤੈਨੂੰ ਦੱਸਾਂਗੇ ਸਰਕਾਰੇ ਨਹੀਂ। ਇਹੀ ਆ ਸਾਡੇ ਸਾਰੇ ਭਰਾਵਾਂ ਦੀ, ਕਲਾਕਾਰਾਂ ਦੀ ਵੀ ਇੱਕ ਸੋਚ ਲੈ ਕੇ ਤੁਸੀਂ ਜਾਓ ਜਿਹੜੀ ਤੁਹਾਨੂੰ ਸੌਣ ਨਾ ਦੇਵੇ। ਖੋਹ ਲੈ ਜਾਂਦੇ ਨੇ ਸਾਡੇ ਸੋਰਸਿਸ, ਸਾਰੇ ਖੋਹ ਲੈ ਜਾਂਦੇ ਨੇ। ਤੇ ਹੁਣ ਫਾਈਨਲੀ ਗੱਲ ਕੀ ਹੋਈ ਆ, ਇਸ ਤੋਂ ਪਹਿਲਾਂ ਇਹਨਾਂ ਨੇ ਜਿਹੜੀਆਂ ਦੁਕਾਨਾਂ ਦੀ ਸਾਰੀਆਂ ਤੁਸੀਂ ਹਿਸਾਬ ਲਾ ਲਓ, ਛੋਟੀਆਂ ਛੋਟੀਆਂ ਦੁਕਾਨਾਂ ਤਾਂ ਖਤਮ ਕਰਤੀਆਂ। ਭੱਜ ਭਰ ਲੋ ਸੋਨੇ ਦੀ ਚਿੜੀਆ, ਜਾਂ ਹੁਣ ਕਹਿ ਲੋ ਵੀ ਚੱਕ ਦਿਆਂਗੇ ਮੋਦੀ ਨੂੰ ਲਾ ਦਾਂਗੇ। ਨਹੀਂ ਬਾਬਾ ਇਦਾਂ ਦਾ ਕੁਝ ਨਹੀਂ, ਉੱਥੇ ਦੋ ਮਾਰਨਗੇ ਛੱਤਰ ਆਪਣੇ ਉਹ ਚੰਬੂਗਾ ਤੇ ਬਹਿ ਕੇ ਸਾਈਨ ਕਰਦੇ ਆ ਯਾਰ। ਉੱਥੇ ਜਿਹੜੀ ਕੈਬਨਿਟ ਉਹਨਾਂ ਦੇ ਨਾਲ ਬੈਠੀ ਹੈ, ਉਹਨਾਂ ਨੂੰ ਪਤਾ ਹੈ ਵੀ ਇੱਥੇ ਹੁਣ ਹਰੀ ਸਿੰਘ ਨਲੂਆ ਵਰਗੇ ਹੈ ਨਹੀਂ, ਉਹਨਾਂ ਨੂੰ ਪਤਾ ਹੈ ਇੱਥੇ ਬਾਬਾ ਦੀਪ ਸਿੰਘ ਵਰਗੇ ਹੈ ਨਹੀਂ, ਉਹਨਾਂ ਨੂੰ ਪਤਾ ਹੈ ਵੀ ਧਰਨਾ ਜੇ 3 ਘੰਟੇ ਲਾਉਂਦੇ ਆ ਹੁਣ ਵੀ, ਤਾਂ ਇਹ ਜਕਾਰੇ ਤੇ ਨਾਰੇ ਤਾਂ 300 ਲਾਉਂਦੇ ਆ 3 ਘੰਟੇ, ਪਰ ਕੱਢਣ ਪਾਉਣ ਨੂੰ ਹੈ ਨਹੀਂ ਕੋਈ। ਇਹ ਦ੍ਰਿਸ਼ ਵਿਜ਼ੂਅਲ ਐਸਾ ਸੋਹਣਾ ਬਣਾਓ ਅੱਜ ਕੱਲ੍ਹ, ਭਾਵੇਂ ਉਹ ਫੋਨਾਂ ਤੇ ਹੈ, ਭਾਵੇਂ ਇਹਨਾਂ ਧਰਨਿਆਂ ਦਾ, ਭਾਵੇਂ ਪਿੰਡ ਲੈਵਲ ਤੇ ਹੈ, ਸ਼ਹਿਰ ਲੈਵਲ ਤੇ ਹੈ, ਸੂਬਾ ਲੈਵਲ ਤੇ ਹੈ, ਸੋਹਣਾ ਬਣਾਓ ਯਾਰ। ਲੀਡਰਾਂ ਨੂੰ ਅੱਗੇ ਹੋਣਾ ਚਾਹੀਦਾ ਸੀ। ਮੈਨੂੰ ਤਾਂ ਇਹ ਵੀ ਲੱਗਦਾ ਵੀ ਅੱਜ ਤੁਹਾਡੀ ਥਾਂ ਤੇ ਦਰੀਆਂ ਤੇ ਵੀ ਲੀਡਰਾਂ ਨੂੰ ਹੀ ਬੈਠੇ ਹੋਣਾ ਚਾਹੀਦਾ ਸੀ। ਘਾਟਾਂ ਨੇ ਹੀ ਸਾਡੀਆਂ, ਬਹੁਤ ਵੱਡੀਆਂ ਘਾਟਾਂ ਨੇ। ਛੋਟੇ ਮੋਟੇ ਲਾਲਚਾਂ ਪਿੱਛੇ ਅਸੀਂ ਆਪਦੇ ਆਪ ਨੂੰ ਵੇਚ ਦਿੰਦੇ ਆ। ਜਦੋਂ 4-4.5 ਸਾਲ ਬਾਅਦ ਆਉਂਦੇ ਨੇ ਇੱਕ ਅੱਧੀ ਨਵੀਂ ਸਕੀਮ ਜੀ ਲੈ ਕੇ, ਪੂਰੀ ਤਿਆਰੀ ਕਰਕੇ ਲੁੱਟਣ ਦੀ, ਫਿਰ ਮੇਰੇ ਤੁਹਾਡੇ ਵਰਗੇ ਸੁੱਤੇ ਪਏ ਹੁੰਦੇ ਨੇ ਸਾਰੇ, ਤੇ ਇਹ ਫੇਰ ਲੁੱਟ ਕੇ ਸਾਨੂੰ ਤੁਰ ਜਾਂਦੇ ਨੇ। ਫੇਰ 4-4.5 ਸਾਲ ਅਸੀਂ ਰੌਲਾ ਪਾਉਂਦੇ ਰਹਿੰਦੇ ਆ, ਅਸੀਂ ਲੁੱਟੇ ਗਏ, ਪੱਟੇ ਗਏ। ਪਰ ਜਦੋਂ ਆਉਂਦੇ ਨੇ ਇਹ, ਉਦੋਂ ਅਸੀਂ ਸੁੱਤੇ ਪਏ ਹੁੰਦੇ ਆ। ਕਾਰਨ ਇਹ ਆ ਵੀ ਅਸੀਂ ਲੁੱਟੇ ਜਾਂਦੇ ਆ। ਸੋ ਬੇਨਤੀਆਂ ਸਾਰਿਆਂ ਨੂੰ ਇਹੀ ਨੇ ਵੀ ਆਪਾਂ ਸਾਰੀਆਂ ਗੱਲਾਂ ਬਾਅਦ 'ਚ ਨੇ, ਮੈਨੂੰ ਲੱਗਦਾ ਪਹਿਲਾਂ ਸਾਡੇ 'ਚ ਨੁਕਸ ਵੱਡੇ ਨੇ, ਕਿਉਂਕਿ ਜੇ ਅਸੀਂ ਆਪਦਾ ਇੱਕ ਕਿਰਦਾਰ ਸਥਾਪਿਤ ਕਰ ਲਈਏ ਤਾਂ ਕਿਸੇ ਦੀ ਹਿੰਮਤ ਨਹੀਂ ਸਾਨੂੰ ਲੁੱਟਣ ਦੀ। ਹੁਣ ਨੌਜਵਾਨ ਨੇ, ਮੇਰੇ ਭਰਾ ਨੇ, ਸਾਰੇ ਤੁਸੀਂ ਖੜੇ ਹੋ ਅੱਜ, ਬੜੀ ਖੁਸ਼ੀ ਆ ਤੁਹਾਨੂੰ ਦੇਖ ਕੇ। ਇਹਨਾਂ ਇਕੱਠਾਂ ਦੇ ਵਿੱਚ ਜਦੋਂ ਤੁਸੀਂ ਸ਼ਮੂਲੀਅਤ ਕਰਦੇ ਹੋ ਤਾਂ ਬੜੀ ਖੁਸ਼ੀ ਹੁੰਦੀ ਆ। ਪਰ ਸੱਚ ਜਾਣਿਓ ਵੀ ਆ ਹੁਣ ਅਸੀਂ ਚੱਲ ਜਾਣਾ ਇੱਥੋਂ ਕਲਾਕਾਰਾਂ ਨੇ 2-4 ਘੰਟਿਆਂ ਬਾਅਦ, ਫਿਰ ਬਜ਼ੁਰਗ ਹੀ ਬੈਠੇ ਰਹਿ ਜਾਂਦੇ ਨੇ ਯਾਰ ਦਰੀਆਂ ਤੇ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ, ਲੜਾਈ ਸਾਡੀ ਆ। ਜੇ ਬਜ਼ੁਰਗ ਵੀ ਸਾਡੇ ਲੜ ਰਹੇ ਨੇ, ਕਿਹਦੇ ਵਾਸਤੇ ਲੜ ਰਹੇ ਨੇ? ਸਾਡੇ ਵਾਸਤੇ ਲੜ ਰਹੇ ਨੇ। ਆਪਦੀਆਂ ਉਮਰਾਂ ਉਹਨਾਂ ਦੀਆਂ ਲੰਘ ਗਈਆਂ, ਸਾਡੇ ਭਵਿੱਖ ਵਾਸਤੇ ਉਹ ਅੱਜ ਇਹਨਾਂ ਦਰੀਆਂ ਤੇ ਬੈਠੇ ਨੇ, ਆਪਣੀ ਲੜਾਈ ਆ ਜਿਹੜੀ ਲੜ ਰਹੇ ਨੇ। ਸੋ ਇਹ ਸਾਡੀ ਲੜਾਈ ਆ ਯਾਰ। ਜਦੋਂ ਅਸੀਂ ਗੱਲ ਕਰਦੇ ਆ ਸਾਡੀ ਹੋਂਦ ਦੀ ਲੜਾਈ ਦੀ, ਤਾਂ ਸਾਡੀ ਹੋਂਦ ਦੇ ਵਿੱਚ ਸਭ ਕੁਝ ਹੀ ਆ ਜਾਂਦਾ। ਸਾਡੀ ਹੋਂਦ ਦੇ ਵਿੱਚ ਸਾਡੀ ਕੌਮ ਵੀ ਆ ਜਾਂਦੀ ਆ, ਸਾਡੇ ਪਾਣੀ ਵੀ ਆ ਜਾਂਦੇ ਨੇ, ਸਾਡੀ ਰੋਟੀ ਦਾ ਮਸਲਾ ਵੀ ਆ ਜਾਂਦਾ, ਸਾਡੇ ਖੇਤਾਂ ਦਾ ਮਸਲਾ ਵੀ ਆ ਜਾਂਦਾ। ਸੋ ਕੱਲੀ ਕੱਲੀ ਚੀਜ਼ ਨੂੰ, ਜਿਵੇਂ ਭੈਣ ਹੋਣਾ ਨੇ ਬੜਾ ਵਧੀਆ ਗੀਤ ਗਾਇਆ ਸੀ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਇੱਕ ਰਾਸ਼ਟਰ ਦੀ ਗੱਲ ਕਰਦੀ ਆ ਜਿਹੜੀ ਸੈਂਟਰ ਦੀ ਸਰਕਾਰ ਆ। ਤੇ ਇੱਕ ਰਾਸ਼ਟਰ ਦੇ ਵਿੱਚ ਤੁਸੀਂ ਹਿਸਾਬ ਲਾ ਲਓ, ਕਦੇ ਸਾਡੇ ਉੱਤੇ ਇੱਕ ਧਰਮ ਥੋਪਿਆ ਜਾਂਦਾ, ਕਦੇ ਸਾਡੇ ਉੱਤੇ ਇੱਕ ਜ਼ੁਬਾਨ ਥੋਪੀ ਜਾਂਦੀ ਆ, ਸਾਡੇ ਪਾਣੀ ਖੋਹ ਲਏ ਜਾਂਦੇ ਨੇ, ਸਾਡੇ ਸੋਰਸਿਸ ਸਾਰੇ ਖੋਹ ਲਏ ਜਾਂਦੇ ਨੇ। ਤੇ ਹੁਣ ਫਾਈਨਲੀ ਗੱਲ ਕੀ ਹੋਈ ਆ, ਇਸ ਤੋਂ ਪਹਿਲਾਂ ਇਹਨਾਂ ਨੇ ਜਿਹੜੀਆਂ ਦੁਕਾਨਾਂ ਦੀ ਸਾਰੀਆਂ ਤੁਸੀਂ ਹਿਸਾਬ ਲਾ ਲਓ, ਛੋਟੀਆਂ ਛੋਟੀਆਂ ਦੁਕਾਨਾਂ ਤਾਂ ਖਤਮ ਕਰਤੀਆਂ। 100-150 ਦੁਕਾਨ ਦਾ ਕੰਮ ਇੱਕ ਮੌਲ ਨੇ ਖੋਲਿਆ। ਮੌਲ ਕਿਹਨਾਂ ਦੇ ਨੇ? ਅੰਬਾਨੀ ਅਡਾਨੀਆਂ ਦੇ, ਰਿਲਾਇੰਸ ਦੇ ਵੱਡੇ ਵੱਡੇ ਮੌਲ ਨੇ। ਮੌਲਾਂ 'ਚ ਜਿਹੜਾ ਸਮਾਨ ਵਿਕਦਾ ਉਹ ਸਾਡੇ ਖੇਤਾਂ 'ਚ ਜਾਂਦਾ। ਹੁਣ ਇਹਨਾਂ ਤੋਂ ਇਹ ਗੱਲ ਵੀ ਨਹੀਂ ਚੱਲੀ ਜਾਂਦੀ। ਇਹ ਕਹਿੰਦੇ ਨੇ ਵੀ ਜਿਹੜਾ ਸਮਾਨ ਆ ਜਾਂ ਜਿਹਦੀ ਸਾਨੂੰ ਲੋੜ ਆ, ਫਸਲ ਵੀ ਅਸੀਂ ਆਪੇ ਬੀਜਾਂ ਦੇ ਵਿੱਚ। ਸੋ ਕਿਤੇ ਨਾ ਕਿਤੇ ਸਾਡੇ ਖੇਤ ਖੋਹਣ ਦੀ ਸਾਜ਼ਿਸ਼ ਆ। ਪਹਿਲਾਂ ਲੰਮੇ ਕੰਟਰੈਕਟ ਹੋਣਗੇ ਤੁਹਾਡੇ ਨਾਲ, 5-5 10-10 ਸਾਲ ਦੇ ਲਿਖਤਾਂ ਪੜ੍ਹਤਾਂ ਹੋਣਗੀਆਂ। ਉਹ ਲਿਖਤਾਂ ਪੜ੍ਹਤਾਂ ਯਾਰ ਅਸੀਂ ਉਹਨਾਂ ਨਾਲ ਕਦੇ ਲੜ ਹੀ ਨਹੀਂ ਸਕਦੇ ਜਿਹੜੇ ਲੋਕ ਸਰਕਾਰਾਂ ਚਲਾਉਂਦੇ ਨੇ। ਅੱਜ ਸਰਕਾਰਾਂ ਜਿਨ੍ਹਾਂ ਦੀਆਂ ਉਂਗਲਾਂ ਤੇ ਨੱਚਦੀਆਂ ਨੇ, ਉਹਨਾਂ ਨਾਲ ਜਦੋਂ ਲੰਮੇ ਕੰਟਰੈਕਟ, ਲੰਮੀਆਂ ਲਿਖਤਾਂ ਪੜ੍ਹਤਾਂ ਕਰੀਆਂ ਜਾਣੀਆਂ ਨੇ, ਮੈਨੂੰ ਨਹੀਂ। ਸੋ ਬਿਹਤਰ ਆ ਲੜਾਈ ਅੱਜ ਲੜੀਏ। ਕੱਲ ਨੂੰ, ਸਾਲ ਨੂੰ, 2 ਸਾਲ ਨੂੰ, 5 ਸਾਲ ਨੂੰ ਚੀਕਾਂ ਮਾਰਨ ਤੋਂ ਚੰਗਾ ਵੀ ਅਸੀਂ ਲੜਾਈ ਅੱਜ ਲੜੀਏ। ਜੇ ਤੂੰ ਪਹਿਲਾਂ ਲੜੀ ਹੁੰਦੀ, ਮੈਂ ਮੁੰਡਿਆਂ ਨੂੰ ਤੁਹਾਨੂੰ ਕਹਿਣਾ ਸਪੈਸ਼ਲੀ ਨੌਜਵਾਨਾਂ ਨੂੰ, ਜੇ ਤੂੰ ਪਹਿਲਾਂ ਆਪਾਂ ਨੇ ਬਜ਼ੁਰਗਾਂ ਦੇ ਨਾਲ ਰਲ ਕੇ ਮੇਰੇ ਵਰਗੇ ਫੋਟੋ ਦੇਖ ਲੈਂਦੇ ਸੀ ਅਖਬਾਰਾਂ ਦੇ ਵਿੱਚ ਬਜ਼ੁਰਗਾਂ ਦੀ ਵੀ ਹਾਂ ਯਾਰ ਅੱਜ ਧਰਨਾ ਲੱਗਿਆ ਹੋਇਆ, 2 ਦਿਨਾਂ ਬਾਅਦ ਡੰਡੇ ਪੈ ਗਏ, ਡੀਸੀ ਦਫ਼ਤਰ ਮੂਹਰੋਂ ਉੱਠ ਗਏ, ਜੇ ਅਸੀਂ ਉਦੋਂ ਵੀ ਇਹਨਾਂ ਦੇ ਨਾਲ ਜਾ ਕੇ ਬਹਿੰਦੇ, ਅਸੀਂ ਸਮਝਦੇ ਵੀ ਇਹ ਸਾਡੀ ਲੜਾਈ ਲੜ ਰਹੇ ਨੇ,
ਤਾਂ ਅੱਜ ਆਹ ਹਾਲਾਤ ਨਾ ਆਉਂਦੇ। ਜੇ ਅੱਜ ਇਹ ਹਾਲਾਤ ਆਏ ਨੇ, ਅੱਜ ਵੀ ਸਮਝ ਜੀਏ, ਅੱਜ ਵੀ ਇਕੱਠੇ ਹੋ ਜਾਈਏ, ਬਹੁਤ ਵਧੀਆ ਸਮਾਂ ਸਾਡੇ ਕੋਲ ਜੇ ਅੱਜ ਇਕੱਠੇ ਹੋ ਜਾਾਂਗੇ, ਕਿਉਂਕਿ ਕੱਲ ਨੂੰ ਫਿਰ ਵੇਲਾ ਹੱਥੋਂ ਲੰਘ ਜੂਗਾ। ਆ ਸਾਡੀਆਂ ਫੋਟੋਆਂ, ਸਾਡੀਆਂ ਵੀਡੀਓਆਂ ਇਹ ਪਹਿਲਾਂ ਵੀ ਤੁਹਾਡੇ ਫੋਨਾਂ 'ਚ ਹੋਣੀਆਂ। ਇਹ ਨਾ ਹੋਵੇ ਹੁਣ ਵੀ ਤੁਸੀਂ ਇਹ ਫੋਟੋ ਜਾਂ ਵੀਡੀਓ ਲੈ ਕੇ ਘਰੇ ਜਾਓ। ਮੇਰੀ ਕੋਸ਼ਿਸ਼ ਇਹੀ ਆ, ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹੀ ਆ, ਸਾਡੇ ਸਾਰੇ ਭਰਾਵਾਂ ਦੀ, ਕਲਾਕਾਰਾਂ ਦੀ, ਵੀ ਇੱਕ ਸੋਚ ਲੈ ਕੇ ਤੁਸੀਂ ਜਾਓ ਜਿਹੜੀ ਤੁਹਾਨੂੰ ਸੌਣ ਨਾ ਦੇਵੇ। ਉਹ ਸੋਚ ਜਿਹਦੀ ਤੁਸੀਂ ਆਪਦੇ ਚੁੱਲ੍ਹਿਆਂ ਤੇ ਗੱਲ ਕਰੋ, ਤੁਹਾਡੇ ਚੁੱਲ੍ਹਿਆਂ ਤੇ ਵੀ ਉਹੀ ਗੱਲ ਹੋਵੇ ਜਿਹੜੀ ਇਹਨਾਂ ਧਰਨਿਆਂ ਦੇ ਵਿੱਚ ਗੱਲ ਹੁੰਦੀ ਆ। ਕਿਉਂਕਿ ਹਰ ਪੱਖੋਂ ਅਸੀਂ ਲੁੱਟੇ ਜਾ ਰਹੇ ਹਾਂ, ਲੁੱਟ ਬਹੁਤ ਵੱਡੀ ਹੋ ਚੁੱਕੀ ਆ ਤੇ ਇਸ ਤੋਂ ਬਾਅਦ ਸਾਡੇ ਪੱਲੇ ਕੁਝ ਨਹੀਂ ਰਹਿਣਾ। ਸੋ ਸਾਡੀਆਂ ਭੈਣਾਂ ਜਿਹੜੀਆਂ ਘਰਾਂ 'ਚ ਬੈਠੀਆਂ ਨੇ, ਜਿਵੇਂ ਹਰਜੋਤ ਨੇ ਬੜਾ ਵਧੀਆ ਕਿਹਾ, ਅਸੀਂ ਕੋਸ਼ਿਸ਼ ਕੀਤੀ ਆ ਵੀ ਚਲੋ ਜਿੱਥੇ ਫਿਜ਼ੀਕਲੀ ਅਸੀਂ ਸ਼ਮੂਲੀਅਤ ਦੇ ਸਕਦੇ ਇਹਨਾਂ ਧਰਨਿਆਂ ਦੇ ਵਿੱਚ, ਉੱਥੇ ਕੁਝ ਸੱਜਣ ਜਿਹੜੇ ਘਰੇ ਬੈਠੇ ਨੇ ਜਾਂ NRI ਨੇ ਜਾਂ ਸਾਡੀਆਂ ਭੈਣਾਂ ਜਿਹੜੀਆਂ ਧਰਨਿਆਂ 'ਚ ਨਹੀਂ ਆ ਸਕਦੀਆਂ। ਵੈਸੇ ਸਾਡੀ ਭੈਣ ਆਈ ਹੋਈ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਇਹ ਤਖਤੀਆਂ ਨੇ ਜਿਨ੍ਹਾਂ ਦੇ ਉੱਤੇ ਨਾਅਰਾ ਲਿਖਿਆ ਹੋਇਆ, ਜਿਵੇਂ ਅਸੀਂ ਇਹ ਨਾਅਰਾ ਲਿਖਿਆ ਸੀ ਕੱਲ, ਬੱਚਾ ਬੱਚਾ ਝੋਕ ਦਿਆਂਗੇ, ਜ਼ਮੀਨ ਤੇ ਕਬਜ਼ੇ ਰੋਕ ਦਿਆਂਗੇ, ਅੰਬਾ ਟੈਗ ਨਾਲ ਲਿਖ ਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ, ਡੀਪੀਆਂ ਲਾਓ ਆਪਦੀਆਂ ਸਾਰੇ ਸੋਸ਼ਲ ਮੀਡੀਆ ਤੇ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਸਨੈਪਚੈਟ, ਜਿੱਥੇ ਵੀ। ਤੇ ਦੂਜੀ ਗੱਲ, ਫੋਟੋਆਂ ਪਾਓ ਇਹ, ਤਾਂ ਕਿ ਜਿਹੜੀ ਸਾਡੀ ਇਹ ਨਿਊਜ਼ ਆ ਇਹ ਸੋਸ਼ਲ ਨਿਊਜ਼ ਬਣ ਸਕੇ, ਵੱਡੇ ਲੈਵਲ ਤੇ ਜਾ ਸਕੇ, ਸੈਂਟਰ ਤੱਕ ਇਹ ਆਵਾਜ਼ ਜਾ ਸਕੇ। ਸੋ ਇਹੀ ਸਾਡੀਆਂ ਬੇਨਤੀਆਂ ਨੇ ਸਾਰਿਆਂ ਦੀਆਂ। ਤੇ ਉਮੀਦ ਕਰਦਾ ਸਪੈਸ਼ਲੀ ਨੌਜਵਾਨਾਂ ਤੋਂ ਬਜ਼ੁਰਗ ਸਾਡੇ ਬਹੁਤ ਸੁਚੇਤ ਨੇ, ਲੰਮੇ ਸਮੇਂ ਤੋਂ ਇਹ ਲੜਾਈ ਆ ਜਿਹੜੀ ਲੜ ਰਹੀਆਂ ਨੇ ਜਥੇਬੰਦੀਆਂ ਸਾਰੀਆਂ, ਤੇ ਸਾਡੇ ਬਜ਼ੁਰਗ ਬਹੁਤ ਜਥੇਬੰਦ ਹੋ ਕੇ ਇਹ ਲੜਾਈ ਆ ਜਿਹੜੀ ਇਹਨਾਂ ਨੇ ਵਿੱਢੀ ਹੋਈ ਆ। ਨੌਜਵਾਨਾਂ ਨੂੰ ਬਸ ਮੈਂ ਬੇਨਤੀ ਕਰਦਾ ਬਾਰ-ਬਾਰ, ਸਾਡੇ ਉੱਠਣ ਦਾ, ਸਾਡੇ ਆਉਣ ਦਾ ਕਾਰਨ ਇਹ ਆ ਵੀ ਯਾਰ ਸਾਨੂੰ ਵੀ ਅਸੀਂ ਕੋਈ ਕਲਾਕਾਰ ਬਣ ਕੇ ਨਹੀਂ ਆਉਂਦੇ ਇੱਥੇ, ਅਸੀਂ ਜੱਟਾਂ ਦੇ ਪੁੱਤ ਬਣ ਕੇ ਆਉਣੇ ਆ, ਕਿਸਾਨਾਂ ਦੇ ਪੁੱਤ। ਸਾਡੇ ਕੋਲ ਵੀ ਯਾਰ ਥੋੜੀਆਂ ਬਹੁਤ ਜ਼ਮੀਨਾਂ ਹੈਗੀਆਂ ਨੇ, ਤੇ ਸਾਨੂੰ ਜਦੋਂ ਪਹਿਲਾਂ ਅਸੀਂ ਵੀ ਤੁਰ ਪਏ ਜਦੋਂ ਸਾਨੂੰ ਲੱਗਿਆ ਲੁੱਟ ਹੋ ਰਹੀ ਆ, ਪਰ ਜਦੋਂ ਅਸੀਂ ਪੜ੍ਹਿਆ ਹਰਜੋਤ ਦਾ ਕਹਾਣਾ YouTube ਤੇ ਦੇਖਿਆ, ਫਿਰ ਸਾਨੂੰ ਪਤਾ ਲੱਗਿਆ ਵੀ ਕਿਸ ਹੱਦ ਤੱਕ ਇਹ ਲੁੱਟ ਹੋ ਰਹੀ ਆ। ਸੋ ਇਹ ਬਹੁਤ ਵੱਡੀ ਲੁੱਟ ਆ, ਸਾਡੀ ਪਛਾਣ ਸਾਥੋਂ ਖੋਹਣ ਦੀ ਲੁੱਟ ਆ, ਤੇ ਆਪਾਂ ਇਹ ਪਛਾਣ ਆ ਜਿਹੜੀ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਆਪਦੀ ਖੋਹਣ ਨਹੀਂ ਦੇਣਾ ਉਹਨਾਂ ਨੂੰ। ਤੇ ਇਹੀ ਮੇਰੀਆਂ ਬੇਨਤੀਆਂ ਨੇ। ਇੱਕ ਗੀਤ ਜਿਹੜਾ ਪਿਛਲੇ ਦਿਨਾਂ 'ਚ ਆਇਆ ਸੀਗਾ, ਮੈਂ ਉਹਦੇ ਇੱਕ ਅਸਥਾਈ ਕੰਤਰਾ ਗਾ ਕੇ ਹਾਜ਼ਰੀ ਲਵਾਉਣਾ। ਇੱਕ ਗਾਉਣ ਵਾਲੇ ਦਾ ਆਪਦੇ ਸ਼ਬਦਾਂ ਦੇ ਨਾਲ ਹਲੂਣਾ ਵੀ ਜ਼ਰੂਰੀ ਆ ਸਾਰਿਆਂ ਨੂੰ। ਸੋ ਉਹ ਬੋਲ ਮੈਂ ਗਾਉਣਾ, ਤੇ ਨੌਜਵਾਨਾਂ ਨੂੰ ਫਿਰ ਮੈਂ ਬੇਨਤੀ ਕਰਦਾ ਵੀ ਤੁਸੀਂ ਸਾਰੇ ਆਇਆ ਕਰੋ ਵੱਧ ਚੜ ਕੇ, ਤਾਂ ਕਿ ਇਹ ਜਿਹੜੇ ਇਕੱਠ ਨੇ ਹੋਰ ਲਾਮਬੰਦ ਹੋ ਸਕੀਏ ਆਪਾਂ ਸਾਰੇ, ਤੇ ਇਹ ਲਹਿਰ ਆ ਜਿਹੜੀ ਹੋਰ ਵੱਡੀ ਹੋ ਸਕੇ। ਹੱਕਾਂ ਤੇ ਵੀ ਜ਼ੋਰ ਦੇ ਲਈਏ, ਬੜਾ ਹੈ ਦੇ ਲਿਆ ਭੜਕਾਂ ਤੇ, ਰੋਜ਼ ਰੋਜ਼ ਨੀ ਲਹਿਰਾਂ ਉੱਠਦੀਆਂ ਆ ਜੋ ਮੁੰਡਿਓ ਸੜਕਾਂ ਤੇ, ਢਿੱਡ ਭਰਦੇ ਨਹੀਂ ਜਵਾਕਾਂ ਦੇ, ਤੇਰੇ ਰੋਜ਼ ਰੋਜ਼ ਦੇ ਲਾਰੇ ਨੀ, ਤੇਰਾ ਵਾਪਿਆ ਐ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ, ਤੇਰਾ ਵਾਪਿਆ ਐ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ। ਵੋਟਾਂ ਲੈ ਲੂ ਕੇ 5 ਸਾਲ ਨਾ ਲੱਭਦੇ ਆਗੂ ਨੇ, ਜਿੰਨੀਆਂ ਵੀ ਮਾਰੂ ਨੀਤੀਆਂ ਨੇ ਸੈਂਟਰ 'ਚੋਂ ਹੁੰਦੀਆਂ ਲਾਗੂ ਨੇ, ਜਿਹੜੇ ਰਾਤ ਨੂੰ ਦੇਖੇ ਹੋਣੇ ਨੇ ਹੁਣ ਦਿਨੇ ਦਿਸਣਗੇ ਤਾਰੇ ਨੀ, ਤੇਰਾ ਵਾਪਿਆ ਐ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ, ਤੇਰਾ ਵਾਪਿਆ ਐ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ। ਸਾਲੇ ਨੌਕਰ ਸਮਝੀ ਬੈਠੇ ਨੇ ਕਿਉਂ ਖੇਤਾਂ ਦੇ ਰਾਜਿਆਂ ਨੂੰ, ਪਿਛਲੇ ਵੀ ਜ਼ਖਮ ਨੇ ਹਰੇ ਹਲੇ, ਰੋਈਏ ਕੀ ਬਹਿ ਕੇ ਤਾਜਿਆਂ ਨੂੰ, ਪਿਛਲੇ ਵੀ ਜ਼ਖਮ ਨੇ ਹਰੇ ਹਲੇ, ਰੋਈਏ ਕੀ ਬਹਿ ਕੇ ਤਾਜਿਆਂ ਨੂੰ, ਖਾਲੀ ਅਬਦਾਲੀ ਮੋੜੇ ਨੇ ਕਦੇ, ਤੇਰਾ ਵਾਪਿਆ ਐ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ। किसान मजदूर एकता जिंदाबाद, किसान मजदूर एकता जिंदाबाद, किसान मजदूर एकता जिंदाबाद, किसान मजदूर नौजवान एकता जिंदाबाद। सो इन्नियां हाज़रियां कबूल करियो, बहुत बहुत धन्यवाद, थैंक यू सो मच, बहुत बहुत धन्यवाद। कोई खंडे तिखे कोई कृपाण करूगा, हो कोई खंडे तिखे कोई कृपाण करूगा, तैनू दिल्ली इकट्ठ परेशान करूगा, तेरा फायदे नालों ज्यादा नुकसान करूगा,
पर फसलां दे फैसले किसान करूगा। फसलां दे फैसले किसान करूगा। असी हक दी लड़ाई हक नाल लड़ांगे। असी जितांगे ते देग तेग फतेह पड़ांगे। 80 वरे दियां बाबियां तो लैके थापड़ा ओ लैके थापड़ा। 80 वरे दियां बाबियां तो लैके थापड़ा। तैनू जंग दा ऐलान नौजवान करूगा। तैनू दिल्ली इकट्ठ परेशान करूगा। नाल बोलो पर फसलां दे फैसले किसान करूगा। देखा फसलां दे फैसले किसान करूगा। जी देखा फसलां दे फैसले किसान करूगा। हो मसला पता किथे है? घर च एक लाणेदार हुंदा है, एक लाणेदार 5 पुत जम्मे महाराज ने दिते 5 बड़े चाऽ नाल पालदा। वो इस पिंड दी कहानी ला लिओ जेहड़े च आपां खड़े हैं। कुछ भी कह के लंघ जे ओहदे घरे जिहड़ी पूंजी पई है ओहनूं लुੱਟ के लंघ जे, कौन जिम्मेवार है? कारण की कि सारे पुत नलायक निकल गए यार। असीं किते उन्हां पुत्तां चों तां नहीं। संघर्ष नालों मैं तो ऐ कहूंगा भी कर्मा सेती मिल गए यार। बह जा ये तो कर्मा सेती नहीं था नेट की जे तार देख के अंदर लाइट बढ़ती, अंदर देख के लाइट बढ़ती। टीआरपी वाले मसले ना इकट्ठे हो रहे हैं। मैं तार हालात रब ने भेजने हैं। फिर तो गल हैगी आ होर बिल्कुल जे वाकई दिलों पुगदी है ਇਹੋ ਜਿਹੀਆਂ ਨਿੱਗਰ ਗੱਲਾਂ ਜਿਹੜੀਆਂ चपेड़ बन बन के मेरिया गल्लां ते पैण ते मेरे पीड़ भी लगे। गल फिर है साडे कोले जदों बाबे नानक नूं कहांगे ना भी यार साडे कोले जवाब ही नहीं कोई। साडा धर्म एक सूबा किहड़ियां चीज़ां नाल बनदा है? एक सूबा एक पिंड ला लो यार। एक पिंड उत्थों दे धर्म नाल, उत्थों दी राजनीति नाल, उत्थों दे समाजिक ताणे बाणे नाल, उत्थों दी इकोनमी नाल, उत्थों दी भाईचारक सांझ नाल, उत्थों दे जातां पातां दे व्यवहार नाल जो समाज 'च ही आउंदा है। इहदे नाल ही पिंड वजदा ना। एक बंदा मैनूं खड़ा हो के दसो भी इन्हां 'चों आपां किहड़े 'च पूरे हैं? कोई एक बंदा भी साडे धर्म 'च असीं पूरे हैं, साडी राजनीति 'च साडे कोले सवाल हैगे। यार दारू दीयां बोतलां पिੱਛੇ ਤਾਂ वोट पाउंदे आ पंजाब वाले। ਇਹ ਤਾਂ किताबां 'ਚ भी असीं गुरुआं पीरां दी धरती वाले हैं जी। 4.5 साल कोई नहीं बाद च मार लो, कट्ठियां मार लो। 4.5 साल असी मां भैन एक कर दिंदे आ लीडरां दी। आखिरी 6 महीनों च की ठूहां लड़दा साडे। मेरे वाला प्यो ही आ, मैं किसी के मोढे ते क्यों रखा? मैं आपदे ते रखदा। मेरे वाला प्यो पौने 5 साल गालां कढदा है, आ खा गए होए आ करके। आखिरी 3 महीनों च ओही लीडर आके साडे पिंड आके मेरे भापे ने हत्थ मिला जे घरे रात नूं 2 पैग लगे आखू तुसीं जो करना कर लो, मैं तो इस नूं पाऊं। ये तो बंदा ही बड़ा भले मानस है। इत्थे खड़े असीं है राजनीति की सब तो छोटी डंग पिंड की सरपंची। जदों सरपंची आउंदी है ये असीं आप दा एनालिसिस करते हैं, अंग्रेजी नूं बोलदे आ सेल्फ एनालिसिस। ये वो है पहला आपदे आप नूं तां देखीए ना असीं भी असीं कौन है। सरपंची च 2 बंदे खड़े हुंदे आ, असीं दोवां दा 25-25 लाख रुपया लवाउणे आ। काहदे ते भी सानूं शराबां पिया, सानू भुक्कियां खवा, सानू फीमा खवा। उस तो बाद फिर जड़े वोटां वेचण वाले कुत्ते जड़े वोटियां खांदे वो 25-25 लाख रुपया लवाउणे असीं। जदों एक जित जांदा 50 लाख लग के उस तो बाद फिर असीं 5 साल गालां कढदे भी सरपंच साहब डिवेलपमेंट करो। कहंदा मामे लगदे हो। मेरा तुसीं जलूस कढता उदों 2 महीने। हुण मैं थोड़ियां इंटरलॉक टाइलां नहीं लवाऊंगा, पहला भरा मैं आपदे पूरे करूंगा। खड़े तो भरावो से इत्थे हैं तो इस करके जड़े भगत जी उत्थे बैठे साइन करते हैं वो एसियां च बह के साइन करते हैं यार। उत्थे जिहड़ी कैबिनेट उन्हां दे नाल बैठी है
ਉਹਨਾਂ ਨੂੰ ਪਤਾ ਹੈ ਵੀ ਇੱਥੇ ਹੁਣ ਹਰੀ ਸਿੰਘ ਨਲੂਏ ਵਰਗੇ ਹੈ ਨਹੀਂ, ਉਹਨਾਂ ਨੂੰ ਪਤਾ ਹੈ ਇੱਥੇ ਬਾਬੇ ਦੀਪ ਸਿੰਘ ਵਰਗੇ ਹੈ ਨਹੀਂ, ਉਹਨਾਂ ਨੂੰ ਪਤਾ ਹੈ ਵੀ ਧਰਨਾ ਜੇ 3 ਘੰਟੇ ਲਾਉਂਦੇ ਆ ਹੁਣ ਵੀ ਤਾਂ ਇਹ ਜਕਾਰੇ ਤੇ ਨਾਰੇ ਤਾਂ 300 ਲਾਉਂਦੇ ਆ 3 ਘੰਟਿਆਂ 'ਚ, ਪਰ ਕੱਢਣ ਪਾਉਣ ਨੂੰ ਹੈ ਨਹੀਂ ਕੁਛ, ਕੱਢਣ ਪਾਉਣ ਨੂੰ ਹੈ ਨਹੀਂ ਕੁਛ। ਤਾਂ ਸੱਜਣੋ, ਜੇ ਸਾਡੇ 'ਚ ਹੀ ਉਹ ਦਮਖਮ ਹੋਵੇ, ਅਸੀਂ ਧਰਮ ਦੇ ਮਸਲੇ 'ਚ ਉੱਥੇ ਖੜੇ ਹੋਈਏ, ਸਾਡੇ ਕੋਲੇ ਸਵਾਲ ਹੋਣ, ਸਾਡੇ ਕੋਲੇ ਕਿਰਦਾਰ ਹੋਣ, ਤਾਂ ਕੈਬਨਿਟ ਉਦੋਂ ਹੀ ਉਹਨਾਂ ਦਾ ਹੱਥ ਫੜ ਲੈ, ਵੇਖੀਓ ਕਿਤੇ ਇੱਥੇ ਸਾਈਨ ਨਾ ਕਰ ਲਈ, ਇਹ ਤਾਂ ਉਹ ਨੇ। ਅਸੀਂ ਸੰਤਾਂ ਦਾ ਪਿੰਡਰਾਂ ਦਾ ਨਾਂ ਲੈ ਲੈ ਕੇ ਹੁਣ ਵੈਸੇ ਹੀ ਮੇਲਾ ਲੁੱਟੀ ਜਾਂਦੇ ਆ, ਉਦਾਂ ਦਾ ਨਿਕਲੋ ਤਾਂ ਸਹੀ ਯਾਰ ਕੋਈ। ਅਸੀਂ ਖਾਲਿਸਤਾਨ ਬਣਾਉਣਾ ਹੈ, ਅਸੀਂ ਆਹ ਬਣਾਉਣਾ ਹੈ, ਖਾਲਿਸ ਤਾਂ ਹੈ ਨਹੀਂ, ਅਸੀਂ ਤਾਂ ਭਰੇ ਪਏ ਆ ਵਕਾਰਾਂ ਦੇ, ਅਸੀਂ ਤਾਂ ਵਕਾਰਾਂ ਦੇ ਭਰੇ ਪਏ ਆ। ਕੱਲੀ ਉਹੀ ਕਾਮਰ ਰੌਲੀ ਪਈ ਆ ਵੀ ਖਾਲਿਸਤਾਨ ਕੱਲਿਆਂ ਨੂੰ ਰਾਜ ਦੇ ਦਿਓ, ਕੀ ਕਰਾਂਗੇ ਹੁਣ? ਕਿਹੜਾ ਕੋਈ ਬਾਹਰਲਾ ਲੜਦਾ ਸਾਡੇ ਨਾਲ? ਅਸੀਂ ਆਪਸ 'ਚ ਤਾਂ ਲੜ ਰਹੇ ਆ, ਖਾਲਸੇ ਹੀ ਤਾਂ ਲੜ ਰਹੇ ਆ, ਅਸੀਂ ਆਪ ਹੀ ਤਾਂ ਲੜਦੇ ਆ। ਇਸ ਕਰਕੇ ਬਾਬਿਓ, ਗੱਲਾਂ ਸਾਡੇ ਘਰਾਂ 'ਚ ਹੀ ਸਾਨੂੰ ਤੋਰਨੀਆਂ ਪੈਣਗੀਆਂ, ਇੱਥੇ ਹੋਰ ਬਾਹਰਲੇ ਨੇ ਸਾਨੂੰ ਕੁਛ ਨਹੀਂ ਦੇਣਾ, ਸਾਨੂੰ ਕੁਛ ਨਹੀਂ ਦੇਣਾ। ਉਹੀ ਜ਼ਿੰਮੇਵਾਰੀ ਹੈ ਬਜ਼ੁਰਗਾਂ ਨੂੰ। ਅਸੀਂ ਹਰ ਵਾਰੀ ਕਹਿ ਦਿੰਦੇ ਆ ਭਾਈ, ਇਹ ਤਾਂ ਨਾ ਤਾਂ ਇਹਨਾਂ ਦਾ ਕੋਈ ਪਹਿਲਾ ਸੰਘਰਸ਼ ਹੈ, ਨਾ ਹੀ ਇਹਨਾਂ ਦਾ ਆਖਰੀ ਹੈ, ਇਹ ਤਾਂ ਬੁੜੇ ਹੋ ਗਏ ਲੜਦੇ ਲੜਦੇ। ਹੁਣ ਜਿਹੜੇ ਆ ਭਰਾ ਖੜੇ ਹੋ, ਮਾਣ ਹੈ ਤੁਹਾਡੇ ਤੇ ਸਾਨੂੰ, ਤੇ ਤੁਹਾਨੂੰ ਸਾਡੇ ਤੇ ਹੋਣਾ ਚਾਹੀਦਾ। ਸਾਨੂੰ ਤੁਹਾਨੂੰ ਸਵਾਲ ਕਰਨੇ ਚਾਹੀਦੇ ਆ, ਤੁਹਾਨੂੰ ਸਾਨੂੰ ਸਵਾਲ ਕਰਨੇ ਚਾਹੀਦੇ ਵੀ ਗਰੇ ਵਾਲਾ ਤੇਰਾ ਉਹ ਗੀਤ ਸਾਨੂੰ ਚੰਗਾ ਨਹੀਂ ਲੱਗਿਆ ਭਾਈ, ਠੀਕ ਕਰ ਲਈ। ਦੋਵੇਂ ਹੱਥ ਜੋੜ ਕੇ ਕਹਿ ਕੇ ਜਾਊਂਗਾ ਯਾਰ ਮੈਂ ਠੀਕ ਕਰ ਲੂੰਗਾ। ਤਾਂ ਹੁਣ ਭਰਾ ਨਿਕਲੋ ਬਾਹਰ। ਅਸੀਂ ਤੁਹਾਨੂੰ ਕਿਉਂ ਆਖੀਏ ਵੀ ਤੁਸੀਂ ਘਰੋਂ ਬਾਹਰ ਨਿਕਲੋ? ਹੈ ਤੁਹਾਨੂੰ ਬਜ਼ੁਰਗ ਕਿਉਂ ਕਹਿਣ ਵੀ ਘਰੋਂ ਬਾਹਰ? ਤੁਸੀਂ ਆਪ ਨਿਕਲੋ ਯਾਰ, ਆਪ ਨਿਕਲੋ ਤੁਸੀਂ ਬਾਹਰ। ਤੁਹਾਨੂੰ ਸਾਨੂੰ ਸਾਡੇ ਕੋਲ ਸਟੱਡੀ ਨਹੀਂ ਹੈ, ਸਾਡਾ ਧਰਮ ਕਿੱਥੇ ਜੇ ਖੜਾ ਹੈ ਇਹਦੀ ਸਟੱਡੀ ਨਹੀਂ ਹੈ, ਸਾਡੀ ਰਾਜਨੀਤੀ ਕਿੱਥੇ ਜੇ ਰਾਜਨੀਤੀ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਦੋਂ ਰਾਜਨੀਤੀ ਕਰੋਗੇ ਅਕਾਲ ਤਖਤ ਸਾਹਿਬ ਤੇ ਬੈਠਣ ਨੂੰ ਤਾਂ ਹੀ ਆਖਿਆ ਸੀ ਵੀ ਰਾਜਨੀਤੀ ਦਾ ਕੋਈ ਫੈਸਲਾ ਕਰੇਗਾ ਧਰਮ ਦੀ ਕਸਵੱਟੀ ਤੇ ਖਰਾ ਉਤਰੇ। ਇਹਨਾਂ ਨੇ ਰਾਜਨੀਤੀ 'ਚ ਧਰਮ ਨਹੀਂ ਰੱਖਿਆ, ਧਰਮ 'ਚ ਰਾਜਨੀਤੀ ਜ਼ਰੂਰ ਰੱਖ ਲਈ ਇਹਨਾਂ ਨੇ। ਤਾਂ ਖੇਰੂ ਖੇਰੂ ਹੋਏ ਪਏ ਆ, ਜਲੂਸ ਨਿਕਲਿਆ ਪਿਆ ਪੰਜਾਬ ਦਾ। ਕਿਤਾਬਾਂ 'ਚ ਪੜ੍ਹ ਲਓ ਸੋਨੇ ਦੀ ਚਿੜੀਆ, ਜਾਂ ਹੁਣ ਕਹਿ ਲਓ ਵੀ ਚੱਕ ਦਿਆਂਗੇ ਮੋਦੀ ਨੂੰ ਉਡਾ ਦਿਆਂਗੇ। ਨਹੀਂ ਬਾਬਾ, ਇਦਾਂ ਦਾ ਕੁਛ ਨਹੀਂ। ਉੱਥੇ 2 ਮਾਰਨਗੇ ਛੱਤਰ ਆਪਣੇ, ਉਹ ਚੰਬੂ ਬਾਰਡਰ ਤੇ ਆਪਾਂ ਨੂੰ ਮੋੜ ਦੇਣਗੇ। ਇਹ ਸੱਚ ਹੈ ਅੱਜ ਦਾ। ਹਵਾ ਵਾਲੇ ਪੰਪ 'ਚ ਜਿੰਨੇ ਮਰਜ਼ੀ ਭਰ ਲਓ, ਆਪਾਂ ਵੀ ਚੱਕ ਦਿਆਂਗੇ, ਇਹ ਕਰਦਾ। ਗਾਣਾ ਮੈਂ ਵੀ ਪਿੱਛੇ ਗਾਇਆ ਸੀ, ਤੈਨੂੰ ਦਿੱਲੀ ਇਹ ਇਕੱਠ ਪਰੇਸ਼ਾਨ ਕਰੂਗਾ, ਪਰ ਉਹ ਗਾਉਣ ਤੋਂ ਬਾਅਦ ਵੀ ਕਈ ਵਾਰੀ ਆਪਦੇ ਆਪਣੇ ਮੈਂ ਹੱਸ ਲੈਂਦਾ ਵੀ ਯਾਰ ਕੋਈ ਵਿਊਅਰ ਜੇ ਲੈਣ ਦੀ ਖਾਤਰ ਹੀ ਗਾਤਾ ਮੈਨੂੰ। ਇਹ ਕਰਨਾ ਪੈਣਾ ਭਰਾਵੋ। ਸਾਨੂੰ ਮਹਾਰਾਜ ਨੇ, ਗੁਰੂ ਮਹਾਰਾਜ ਨੇ ਮੈਨੂੰ ਗਵਈਆ ਬਣਾਇਆ। ਕੋਈ ਕਿਰਤੀ ਆ ਮੀਡੀਆ ਵਾਲੇ ਭਰਾ ਬੈਠੇ, ਇਹਨਾਂ ਨੂੰ ਇਸ ਪਾਸੇ ਵੀ ਕੋਈ ਕਿਸਾਨ ਹੈ, ਕੋਈ ਦੁਕਾਨ ਵਾਲਾ ਹੈ, ਕੋਈ ਕਿਤੇ ਵੀ ਕੰਮ ਆ ਮਹਾਰਾਜ ਨੇ ਜਿੱਥੇ ਵੀ ਦਿੱਤੀ ਹੈ। ਯਾਰ ਆਪਾਂ ਆਪਦੇ ਕੰਮਾਂ 'ਚ ਤਾਂ ਇਮਾਨਦਾਰ ਹੋਈਏ। ਹਰ ਥਾਂ ਦੇ 2 ਪਹਿਲੂ ਹੈ। ਇਹ ਉਹ ਧਰਤੀ ਹੈ ਜਿੱਥੇ 2 ਪਹਿਲੂ ਹੋਣੇ ਨਹੀਂ ਚਾਹੀਦੇ ਸੀ। ਸਾਨੂੰ ਕਹਿਣ ਤੇ ਮਜਬੂਰ ਕਰਤਾ, ਚੰਗੇ ਲੀਡਰ ਮਾੜੇ ਲੀਡਰ, ਹੈ ਚੰਗੇ ਬਾਬੇ ਮਾੜੇ ਬਾਬੇ, ਚੰਗੇ ਕਲਾਕਾਰ ਮਾੜੇ ਕਲਾਕਾਰ, ਚੰਗਾ ਮੀਡੀਆ ਵਿਕਾਊ ਮੀਡੀਆ। ਸਾਨੂੰ ਤਾਂ ਕਹਿਣਾ ਪੈ ਗਿਆ ਹੁਣ। ਤਾਂ ਭਰਾਵੋ, ਕਿਸੇ ਦੀ ਕੋਈ ਹਿੰਮਤ ਨਹੀਂ ਹੁੰਦੀ ਕਿ ਸਾਨੂੰ ਆ ਕੇ ਕੋਈ ਪਰੇਸ਼ਾਨ ਕਰ ਜੇ। ਅਸੀਂ ਆਪ ਹੀ ਪਰੇਸ਼ਾਨ ਹੋ ਰਹੇ ਹਾਂ, ਆਪ ਹੀ ਪਰੇਸ਼ਾਨ ਹੋ ਰਹੇ ਹਾਂ ਭਰਾਵੋ। ਇਹ ਨਾਲੇ ਨਾ ਸਮਝ ਲਓ ਕਿ 15-20 ਦਿਨਾਂ ਦੀ ਗੱਲ ਹੈ ਵੀ ਇੱਥੇ ਏਕਤਾ ਜਿੰਦਾਬਾਦ, ਉਹ ਫਲਾਣਾ ਮੁਰਦ। 15-20 ਦਿਨ ਵਾਲਾ ਕੰਮ ਹੈ ਨਹੀਂ। ਇਹ ਜਿਵੇਂ 20 ਸਾਲ ਰਿਆਜ਼ ਕੀਤਾ ਮੈਂ, 20 ਸਾਲਾਂ ਬਾਅਦ ਮਾੜੀ ਮੋਟੀ ਆਵਾਜ਼ ਨਿਕਲ ਲਾਈ ਹੈ ਮਹਾਰਾਜ ਨੇ। ਤਾਂ ਇਹ ਸਾਲਾਂ ਬੱਧੀ ਰਿਆਜ਼ ਹੈ। ਜਿੰਨਾ ਕੁ ਪੰਜਾਬ ਨੂੰ ਅਸੀਂ ਆਪ ਉਜਾੜਿਆ ਨਾ, ਬਰਬਾਦ ਕੀਤਾ, ਅਸੀਂ ਤਮਾਸ਼ਾ ਬਣਾਇਆ ਇਸ ਸੂਬੇ ਦਾ, ਗੁਰੂਆਂ ਪੀਰਾਂ ਦਾ ਨਾਮ ਲੈ ਲੈ ਕੇ, ਧਰਮ ਦੇ ਨਾਮ ਤੇ। ਉਹਨਾਂ ਹੀ ਮਿੱਤਰੋ ਸਾਨੂੰ ਹੁਣ ਹਿੰਮਤ ਮਾਰਨੀ ਪੈਣੀ ਹੈ। ਤਾਂ ਜਵਾਨੀ ਹੈ, ਹੋਰ ਕੋਈ ਨਹੀਂ ਹੈ। ਹੁਣ ਮਾਂ ਪਿਓ ਸਾਡੇ ਕਿੰਨਾ ਕੁ ਚਿਰ ਕਰਨਗੇ ਯਾਰ ਇਹ, ਹਨਾ? ਤੁਹਾਡੇ ਤੇ ਮਾਣ ਹੋਣਾ ਚਾਹੀਦਾ ਹੈ। ਹਿਸਟਰੀ ਲਿਖੀ ਜਾਣੀ ਹੈ, ਇਤਿਹਾਸ ਲਿਖਿਆ ਜਾਣਾ ਹੈ। ਆ 2020 ਹੈ, ਹਨਾ? ਜਦੋਂ 10-15 ਸਾਲਾਂ ਨੂੰ ਤੁਸੀਂ ਵੀ ਨਿਆਣੇ ਵਾਲੇ ਹੋਵੋਗੇ ਤਾਂ ਫਿਰ ਉਦੋਂ ਯਾਰ ਆਪਦੀ ਜ਼ਮੀਰ ਹੀ ਲਾਂਤਾ ਪਾਇਆ ਕਰੂਗੀ ਵੀ ਅਸੀਂ ਯਾਰ ਸੀਰੀਅਸ ਹੀ ਨਹੀਂ ਹੋਏ ਉਦੋਂ, ਅਸੀਂ ਤਾਂ ਉਹੀ ਤਮਾਸ਼ਾ ਜਿਹਾ ਦੇਖਦੇ ਰਹੇ। ਸੋ ਇਸ ਕਰਕੇ ਭਰਾਵੋ, ਨਾਲੇ ਕੋਈ ਇਕੱਲਾ ਕਿਸਾਨਾਂ ਵਾਲਾ ਮਸਲਾ ਨਹੀਂ ਹੈ, ਕਿਸਾਨਾਂ ਵਾਲਾ ਮਸਲਾ ਨਹੀਂ ਹੈ, ਇਹ ਤਾਂ ਸਾਰਿਆਂ ਦਾ ਹੀ ਮਸਲਾ ਹੈ। ਇਹ ਤਾਂ ਆ ਛੋਟੇ ਦੁਕਾਨਦਾਰਾਂ ਦਾ ਵੀ ਮਸਲਾ ਹੈ ਯਾਰ, ਇੱਕ ਰਿਕਸ਼ਾ ਚਲਾਉਣ ਵਾਲੇ ਦਾ ਵੀ ਮਸਲਾ ਹੈ, ਇੱਕ ਡੀਜੇ ਲਾਉਣ ਵਾਲੇ ਦਾ, ਸਾਊਂਡ ਲਾਉਣ ਵਾਲੇ ਦਾ ਵੀ ਮਸਲਾ ਹੈ, ਇਹ ਮੀਡੀਆ ਦਾ ਵੀ ਮਸਲਾ ਹੈ, ਇੱਕ ਗਵਈਏ ਦਾ ਵੀ ਮਸਲਾ ਹੈ, ਆ ਘੜੀਆਂ ਦੀ ਦੁਕਾਨ ਆ ਉਹਦਾ ਵੀ ਮਸਲਾ ਹੈ, ਮੋਬਾਈਲਾਂ ਦੀ ਦੁਕਾਨ ਆ ਉਹਦਾ ਵੀ ਮਸਲਾ ਹੈ। ਜਦੋਂ ਜੇਬ 'ਚ ਹੀ ਨਹੀਂ, ਬਾਬਾ ਜੀ ਕੇ ਠੁੱਲੂ ਨਾਲ ਹੀ ਚੱਲਣਾ ਨਾ ਕੰਮ। ਜਦੋਂ ਉਹ ਹੀ ਨਹੀਂ ਜੇਬ 'ਚ ਤਾਂ ਬਾਬਾ ਕੀ ਕਰੇਗਾ? ਸਭ ਕਹਾਣੀਆਂ ਖਤਮ।
पर बस ये है कि अखीर ते आके इस धरती ते खड़ के गल होर, मैं यूपी च खड़ा हुंदा किते होर खड़ा हुंदा, मैं कह दिंदा भाई कहानी खत्म आ हुण कुछ नहीं कढण पाउण, पर अखीर ते आके फिर उत्थे ही आके बस साडे गुरु फिर सानू आवाज़ां मारदे वे ना होए करना ना बोलीए गल। आपां ओ आ यार, आपां बाबे के वजदे हैं, आपां बाबे के वजदे हैं, इस करके इत्थों ना आस नहीं बन सकदी, उम्मीद नहीं बन सकदी इस सूबे चों, पर हजे तक भरा आपां नालायक ही हैं। एवें मैं मेरे कोल शुगर कोटड़ जी है नहीं। अब जिम्मेवारियां सामो मेरे भरा बन के, तुसी आए हो, थोड़े नाल दे जिहड़े होर ने घरां च आ छोटियां छोटियां गल्लां ने जिहड़ियां मेरे गाँव वाले भरा सारे कह के गए हैं कि वो जिहड़ा एक हैशटैग बनाउणा है, उन्हां नाल एक कल्चर डिवेलप होंदा है। होर इह नहीं है कि वो बिल वापस ले लैणगे ते नहीं, एक जिहड़ी लहर बनदी है ਉਹਦੇ ਚ ਆਪਣਾ एक कंट्रीब्यूशन है टैक्नोलॉजी के पॉइंट ऑफ व्यू तो, ਤਾਂ ਉਹਦਾ ਇਹ ਖਾਸੀਅਤ ਹੈ ਕਿ ਜਦੋਂ ਹਰ ਫੋਨ ਦੇ ਵਿੱਚ ਉਹ ਆ ਲੱਗਿਆ ਹੋਊਗਾ ਹਨਾ, ਇਹ ਨਾਰਾ ਹੈ ਅੱਖਾਂ ਦੇਖਦੀਆਂ, ਤਾਂ ਹੀ ਤਾਂ ਸਾਧੂ ਲੋਕ ਕਿਉਂ ਕਹਿੰਦੇ ਹੁੰਦੇ ਆ, ਜੇ ਕੋਈ ਪੁੱਛਦਾ ਜੀ ਕੋਈ ਉਪਦੇਸ਼ ਦੇ ਦਿਓ, ਸਾਧੂ ਇੱਕੋ ਗੱਲ ਚ ਨਿਬੇੜ ਦਿੰਦੇ ਆ, ਕਹਿੰਦੇ ਐਂ ਕਰ ਅੱਜ ਜਾ ਕੇ ਬਹੁਤ ਸੋਹਣਾ ਦੇਖੀ ਇਹਨਾਂ ਅੱਖਾਂ ਨਾਲ, ਬਹੁਤ ਸੋਹਣਾ ਸੁਣੀ ਇਹਨਾਂ ਕੰਨਾਂ ਨਾਲ, ਤੇ ਮੈਂ ਤੈਨੂੰ ਸ਼ਰਤ ਲਾ ਕੇ ਕਹਿੰਦਾ ਕਿ ਤੂੰ ਬਹੁਤ ਸੋਹਣਾ ਬੋਲੇਗਾ। ਕੰਮ ਤਾਂ ਉਹਨੇ ਅੱਖਾਂ ਤੇ ਕੰਨ ਤੋਂ ਕਰਵਾ ਲਿਆ, ਜ਼ਬਾਨ ਤਾਂ ਫਿਰ ਆਪੇ ਹੀ ਬੋਲਦੀ ਹੈ। ਇਸ ਕਰਕੇ ਦ੍ਰਿਸ਼ ਵਿਜ਼ੂਅਲ ਐਸਾ ਸੋਹਣਾ ਬਣਾਓ ਅੱਜ ਕੱਲ੍ਹ, ਭਾਵੇਂ ਉਹ ਫੋਨਾਂ ਤੇ ਹੈ, ਭਾਵੇਂ ਇਹਨਾਂ ਧਰਨਿਆਂ ਦਾ ਹੈ, ਭਾਵੇਂ ਪਿੰਡ ਲੈਵਲ ਤੇ ਹੈ, ਸ਼ਹਿਰ ਲੈਵਲ ਤੇ ਹੈ, ਸੂਬਾ ਲੈਵਲ ਤੇ ਹੈ, ਸੋਹਣਾ ਬਣਾਓ ਯਾਰ। ਤੇ ਬਾਕੀ ਸਾਰੇ ਨੌਜਵਾਨ ਆਪਣੇ ਖਾਨੇ 'ਚ ਗੱਲ ਲੈ ਕੇ ਚੱਲਿਓ। 12-12 13-13 ਲੱਖ ਸਾਰਿਆਂ ਕੋਲ ਨਹੀਂ ਹੈਗਾ ਆਈਲੈਟਸ ਕਰਕੇ, ਨਾਲੇ ਸਾਨੂੰ ਨਹੀਂ ਪਤਾ ਮਹਾਰਾਜ ਨੇ ਦਾਣੇ ਕਿੰਨੇ ਕਿਤੇ ਉਧਰਲੇ ਮੁਲਕਾਂ 'ਚ ਲਿਖੇ ਜਾਂਦੇ, ਨਾਲੇ ਅਸੀਂ ਕਿਉਂ ਜਾਈਏ, ਅਸੀਂ ਕਿਉਂ ਜਾਈਏ। ਸੋ बस इन्नी ही है मेरे को, भरे तो बहुत पे हैं जिन्ना मर्जी बोली जाइए, पर मैं कहना कि इन्नी एक सर जू अपना बस आ गल्लां ते आप पैरा दईए आप यार, अपने को किरदार ही ऐसे होण, जरनैल ही ऐसे होण कौम को कि कोई भी जो साडे खिलाफ कोई इदां दी कार्रवाई करे, नाले ये जदों इधरले पासे भी आ बापू नाल गल करांगे, इन्हां ने कह देना है कि पुत मेरे मसला कोई होर नहीं है, तपो राज ते राजो नरक वाला मसला ही है। इन्हां लोकां नूं भी है तो पिछले तपस्वी हुई है कि तपस्वी हो बापू है, बड़ा तप करके इन्होंने तख्त बख्शे महाराज ने, पर रौला होना मत मलीन हुई पई है। राज करना किते खाला जी का वाड़ा है, राज करना किते खाला जी का वाड़ा थोड़े ही यार। राज तो तख्तां ते बह के भी वही करनगे कि जेड़े तड़के भी भावें जंग लगी हुई है उदों भी पंजे बाणियां दे पाठ चल रहे हैं, उधरों तोपां गोलियां पता नहीं की चली जाता है, शाम नूं बैठे और राज साहब दे विच ਇਹ ਪੂੰਜੀ ਨਹੀਂ ਹੈ ਇਹਨਾਂ ਸੱਜਣਾ ਕੋਲੇ। ਇਸ ਕਰਕੇ ਗੁੱਸਾ ਵੀ ਆਉਂਦਾ, ਪਰ ਕਈ ਵਾਰੀ ਜਦੋਂ ਸਾਧੂਆਂ ਦੀ ਸੰਗਤ 'ਚ ਬੈਠਦੇ ਆ ਤਾਂ ਤਰਸ ਵੀ ਆਉਂਦਾ ਇਹਨਾਂ ਲੋਕਾਂ ਤੇ ਕਿ ਇਹਨਾਂ ਦਾ ਬਣੂਗਾ ਕੀ ਹੈ ਹਨਾ। ਤਾਂ ਇਸ ਕਰਕੇ ਆਪਾਂ ਆਪਦੀ ਜ਼ੁਬਾਨ ਨਾ ਗੰਦੀ ਕਰੀਏ, ਕਿਸੇ ਨੂੰ ਕੁੱਤਾ ਕਹਿਣ ਦੀ ਲੋੜ ਨਹੀਂ, ਕਿਸੇ ਨੂੰ ਗੱਪੀ ਕਹਿਣ ਦੀ ਲੋੜ ਨਹੀਂ, ਕਿਸੇ ਨੂੰ ਅਮਲੀ ਕਹਿਣ ਦੀ ਲੋੜ ਨਹੀਂ, ਨਾ ਹੀ ਲੈਦਾ ਕਰੋ, ਇੰਨਾ ਹੀ ਬਹੁਤ ਹੈ। और यार ਆਪਾਂ ਤਹਿਜ਼ੀਬ ਵਾਲੇ ਵੀ ਹਾਂ, ਅਸੀਂ ਪੰਜਾਬੀ ਹਾਂ, ਸਾਡਾ ਇੱਕ ਲਿਟਰੇਚਰ ਹੈ ਯਾਰ, ਸਾਡੀ ਇੱਕ ਲਾਇਬ੍ਰੇਰੀ ਹੈ, ਅਸੀਂ ਤਹਿਜ਼ੀਬ ਵਾਲੇ ਵੀ ਹਾਂ, ਅਸੀਂ ਐਦਾਂ ਦੇ ਕੋਈ ਗਾਲੀ ਗਲੋਚ ਵਾਲੇ ਲੋਕ ਨਹੀਂ ਹਾਂ। ਜੇ ਅਸੀਂ ਬਾਬੇ ਨਾਨਕ ਵਾਂਗੂ ਗੋਸ਼ਟੀਆਂ ਕਰਨੀਆਂ, ਕਿਉਂਕਿ ਮਸਲਾ ਗੋਸ਼ਟੀਆਂ ਚੋਂ ਹੀ ਨਿਕਲਣਾ ਹੈ, ਹਥਿਆਰ ਤਾਂ ਬਿਲਕੁਲ ਆਖਰੀ ਹੈ। ਜਿਵੇਂ ਇਸ ਸੰਘਰਸ਼ ਨੂੰ ਲੈ ਕੇ ਕਹਿ ਲਓ ਆ ਮਹੀਨਾ ਲੱਗ ਗਿਆ ਅਨਾਉਂਸਮੈਂਟ ਨੂੰ ਹੀ, ਹੁਣ ਮੇਰੇ ਖਿਆਲ 'ਚ ਪੰਜਾਬ ਦੇ ਚੁੱਲ੍ਹੇ ਤੇ ਪਤਾ ਲੱਗਿਆ ਬਾਪੂ ਜੀ ਕਿ ਭਾਈ ਆ ਬਿੱਲ ਪਾਸ ਹੋਇਆ, ਜਿਹੜਾ ਮੇਰੀ ਬੀਬੀ ਨੂੰ ਵੀ ਪਤਾ, ਹੁਣ ਅੰਗੂਠਾ ਛਾਪ ਪਾਓ ਉਹਨੂੰ ਵੀ ਪਤਾ, ਕਿਉਂ ਕਿਉਂਕਿ ਅਨਾਉਂਸਮੈਂਟ ਹੋਈ ਆ ਹੁਣ ਮਹੀਨੇ 'ਚ। ਹੁਣ ਮਹੀਨਾ ਲੱਗਣਾ ਲਾਮਬੰਦੀ ਨੂੰ, ਜਿਵੇਂ ਅੱਜ ਹੁਣ ਸਾਰੇ ਜੱਸਾ ਬੋਲ ਕੇ ਗਿਆ ਕਿ ਯਾਰ ਹੁਣ ਇਕੱਠੇ ਹੋਵੋ ਲਾਮਬੰਦੀ ਨੂੰ, ਉਸ ਤੋਂ ਬਾਅਦ ਕੋਈ ਐਕਸ਼ਨ ਆਉਣਾ ਹੈ। ਹੁਣ ਜੇ ਅਨਾਉਂਸਮੈਂਟ ਤੇ ਲਾਮਬੰਦੀ ਇੱਕ ਤਹਿਜ਼ੀਬ ਦੇ ਨਾਲ, ਇੱਕ ਬਹੁਤ ਸੂਝਵਾਨ ਲੋਕਾਂ ਦੇ ਜੋਸ਼ ਤੇ ਹੋਸ਼ ਨੂੰ ਕੋਲੈਬੋਰੇਟ ਕਰਕੇ ਇਹ ਹੋਈ ਹੈ, ਤਾਂ ਫਿਰ ਐਕਸ਼ਨ ਦੇ ਵਿੱਚ ਵੀ ਕੋਈ ਬਗਾਵਤ ਨਹੀਂ ਹੋਊਗੀ। ਉਹ ਐਕਸ਼ਨ ਵੀ ਉਹਦੇ 'ਚ ਇੰਨੀ ਕੁ એનર્ਜੀ ਹੋਊਗੀ, ਉਹਦਾ ਔਰਾ ਇੰਨਾ ਕੁ ਪੋਜ਼ਿਟਿਵ ਹੋਊਗਾ ਕਿ ਉੱਥੇ ਜਾ ਕੇ ਫਿਰ ਕੁਝ ਹੋਰ ਕਰਨ ਦੀ ਲੋੜ ਨਹੀਂ। ਉਹਨਾਂ ਨੇ ਕਹਿ ਦੇਣਾ ਕਿ ਯਾਰ ਕਿ ਅਸੀਂ ਇਸ 'ਚ ਸੋਧ ਕਰਨ ਨੂੰ ਤਿਆਰ ਹਾਂ। ਗੱਲਾਂ ਨੇ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀਆਂ ਗੱਲਾਂ ਸਾਡੇ ਅੰਦਰ ਹੀ ਪਈਆਂ ਨੇ, ਬਸ ਇਹ ਫਰੋਲਣ ਦੀ ਲੋੜ ਹੈ। ਪਰ ਇਹ ਉਦੋਂ ਤੱਕ ਨਹੀਂ ਫਰੋਲੀਆਂ ਜਾਣੀਆਂ ਜਦੋਂ ਤੱਕ ਅਸੀਂ ਨਹੀਂ ਮੰਨਾਂਗੇ ਕਿ ਭਾਈ ਬੁਖਾਰ ਸਾਨੂੰ ਵੀ 102 ਹੈ, ਸਾਨੂੰ ਬਿਮਾਰ ਅਸੀਂ ਵੀ ਹੈਗੇ। ਇਸ ਕਰਕੇ ਪਹਿਲਾਂ ਆਪਦੀਆਂ ਬਿਮਾਰੀਆਂ ਵੀ ਠੀਕ ਕਰੀਏ ਤੇ ਫਿਰ ਉਸ ਤੋਂ ਬਾਅਦ ਮਹਾਰਾਜ ਨੂੰ ਅੰਗ ਸੰਗ ਜਾਣ ਕੇ ਹਮੇਸ਼ਾ ਅਰਦਾਸ ਕਰੀਏ ਕਿ ਸਾਡੇ ਹੱਥੋਂ ਕਿਸੇ ਦਾ ਕੋਈ ਬੁਰਾ ਨਾ ਕਰਵਾਈ, ਬਸ ਸਾਨੂੰ ਸਾਡੇ ਹੱਕ ਹੈ ਜਿਹੜੇ, ਮਾਲਕਾ ਯਾਰ ਤੂੰ ਸਾਡੇ ਸਿਰ ਤੇ। ਫਿਰ ਬਾਬਾ ਨਾਨਕ ਆਖੂਗਾ ਕਿ ਬਹਿ ਜਾ ਬੇਫਿਕਰ ਹੋ ਕੇ,
ਹੁਣ ਹੈਗਾ ਮੈਂ, ਤੇ ਅੱਜ ਤਾਂ ਬਾਬੇ ਨੇ ਸਾਡਾ ਸੰਗਲ ਲਾ ਰੱਖਿਆ ਸਾਰਿਆਂ ਦਾ। ਸੋ ਇਹਨਾਂ ਗੱਲਾਂ ਨੂੰ ਤੁਸੀਂ ਵੀ ਸਮਝੋ ਤੇ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਮੈਂ ਵੀ ਇਹਨਾਂ ਨੂੰ ਸਮਝਾਂ, ਤੇ ਰਲ ਮਿਲ ਕੇ ਸੂਝਵਾਨਤਾ ਦੇ ਨਾਲ, ਹਲੀਮੀ ਦੇ ਨਾਲ, ਤੇ ਜਿੱਥੇ ਥੋੜਾ ਚੜ੍ਹਦੀ ਕਲਾ ਵਾਲਾ ਕਨਸੈਪਟ ਚਾਹੀਦਾ ਉੱਥੇ ਉਹ ਵੀ ਰੱਖ ਕੇ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਬਜ਼ੁਰਗਾਂ ਦੇ ਨਾਲ ਖੜ ਕੇ ਇਹਨਾਂ ਦੀ ਸਿਆਣਪ ਨੂੰ ਸਮਝਦੇ ਹੋਏ, ਨਾਲ ਆਪਣਾ ਜੋਸ਼ ਦਿੰਦੇ ਹੋਏ ਲੜਾਈ ਲੜੀਏ ਔਰ ਲੰਬੀ ਲੜਾਈ ਲੜੀਏ ਤੇ ਜਿੱਤ ਕੇ ਮੋਰਚੇ ਫਤਿਹ ਕਰਕੇ ਘਰੇ ਮੁੜੀਏ। ਸੋ ਮੇਰੇ ਵੱਲੋਂ ਤੁਹਾਡਾ ਸਾਰੇ ਅਦੀਬਾਂ ਦਾ, ਇਹਨਾਂ ਬਜ਼ੁਰਗਾਂ ਦਾ, ਮੀਡੀਆ ਦਾ, ਪੁਲਿਸ ਆਫੀਸਰ ਸਾਹਿਬਾਨ ਦਾ, ਨੌਜਵਾਨਾਂ ਦਾ, ਛੋਟੇ ਬੱਚਿਆਂ ਦਾ ਬਹੁਤ ਬਹੁਤ ਆਦਰ ਔਰ ਸਤਿਕਾਰ। ਰੰਗਮੰਚੀਆਂ ਦਾ ਇਹ ਭੈਣ ਮੇਰੀ ਬਹੁਤ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ, ਤੁਸੀਂ ਬਹੁਤ ਸੋਹਣਾ ਗਾਇਆ। ਉਸ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਪਿੰਡਾਂ ਚੋਂ ਜਿੰਨੇ ਵੀ ਕਦਮ ਚੱਲ ਕੇ ਇੱਥੇ ਆਏ ਨੇ, ਮੈਂ ਸਭ ਦੀ ਸ਼ਲਾਘਾ ਕਰਦਾ। ਤੁਸੀਂ ਜਾਗਰੂਕ ਹੋਏ ਹੋ, ਅੱਜ ਉਹ ਲਹਿਰ ਖੜੀ ਹੋਈ ਹੈ ਜਿਨ੍ਹਾਂ ਨੇ, ਜਿਹੜੀ ਲਹਿਰ ਨੇ ਤੁਹਾਨੂੰ ਤੁਹਾਡੇ ਹੱਕਾਂ ਤੋਂ ਜਾਣੂ ਕਰਵਾਇਆ। ਮੈਨੂੰ ਲੱਗਦਾ ਜੇ ਹੁਣ ਮੈਂ ਵਾਰ-ਵਾਰ ਇੱਕੋ ਹੀ ਗੱਲ ਕਹਿਣਾ ਹੁਣ ਜਾਗੇ ਆ ਤਾਂ ਥੋੜਾ ਜਿਹਾ ਸਵਾਰ ਕੇ ਜਾਗੀਏ। ਬਹੁਤ ਵੀਰ ਇਸ ਗੱਲ ਦਾ ਦੁੱਖ ਵੀ ਲੱਗਦਾ ਕਈ ਵਾਰੀ, ਦੇਖੋ ਗੁੱਸਾ ਵੀ ਉੱਥੇ ਹੀ ਆਉਂਦਾ ਜਿੱਥੇ ਪਿਆਰ ਹੁੰਦਾ। ਤੁਸੀਂ ਆਪਣੇ ਹੋ ਤਾਂ ਕਰਕੇ ਤੁਹਾਡੇ ਤੇ ਆਉਂਦਾ। ਬਹੁਤ ਥਾਵੇਂ ਜਾਈਦਾ, ਪਿਛਲੇ ਹਫ਼ਤੇ ਤੋਂ ਤਾਂ ਰੈਗੂਲਰ ਹੀ ਹੋ ਗਿਆ। ਠੀਕ ਹੈ, ਆਪਾਂ ਮੰਨਦੇ ਹਾਂ ਕੰਮਕਾਰ ਨੇ ਕੀਤੇ ਨੇ, ਪਰ ਇਦੋਂ ਵੱਡਾ ਕੰਮ ਕੋਈ ਨਹੀਂ। ਜਦੋਂ ਅਸੀਂ ਜਾ ਵੜਦੇ ਹਾਂ ਕਾਰਾਂ ਕੋਲ, ਹੁਣ ਵੀ ਇੱਥੇ ਜਾਵਾਂਗੇ ਤਾਂ ਟਾਕੀਆਂ ਦੇ ਆਲੇ ਦੁਆਲੇ 10-15 ਜਣੇ ਆ ਜਾਣਗੇ, ਫੋਟੋਆਂ ਸੈਲਫੀਆਂ, ਉਹ ਮੋਟਰਸਾਈਕਲ ਖੜੇ ਨੇ, ਕਾਰਾਂ ਖੜੀਆਂ ਨੇ, ਬਸ ਇੱਥੇ ਰਹਿ ਜਾਣਗੇ ਇਕੱਠਾਂ ਤੇ ਬੈਠੇ ਸਾਡੇ ਬਜ਼ੁਰਗ ਇਕੱਲੇ। ਸੋ ਲੜਾਈ ਇਹ ਆਪਣੀ ਆ, ਇਹ ਇਹਨਾਂ ਦੀ ਨਹੀਂ। ਇਹਨਾਂ ਨੇ ਉਮਰਾਂ ਹੰਢਾ ਲੀਆਂ, ਬੜਾ ਸੰਘਰਸ਼ ਕੀਤਾ, ਬਹੁਤ ਕੁਝ ਜ਼ਿੰਦਗੀ 'ਚ ਚੰਗੇ ਮਾੜੇ ਟਾਈਮ ਦੇਖੇ, ਪਰ ਤੁਹਾਡੇ ਤੇ ਕਦੇ ਤੱਤੀ ਵਾਹ ਨਹੀਂ ਆਉਣ ਦਿੱਤੀ। ਮੈਂ ਵੀ ਵਿੱਚ ਹੀ ਆਉਣਾ। ਸਾਡੇ ਮਾਂ-ਪਿਓ ਨੂੰ ਆਪਦੇ ਜਵਾਕ, ਆਪਦੇ ਪੁੱਤ ਪਿਆਰੇ ਹੁੰਦੇ ਆ, ਪਰ ਜੇ ਅੱਜ ਆਪਾਂ ਸਮਝੇ ਨਾ ਕਿ ਉਹ ਜਿਹੜਾ ਸਾਡਾ ਦੁਸ਼ਮਣ ਹੈ ਉਹਨੇ ਕਿਹੜੀਆਂ ਚਾਲਾਂ ਚੱਲੀਆਂ ਨੇ, ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਅੱਗੇ ਜਾ ਕੇ ਪਛਤਾਵੇ ਤੋਂ ਬਿਨਾਂ ਸਾਡੇ ਹੋਰ ਪੱਲੇ ਕੁਝ ਨਹੀਂ ਪੈਣਾ। ਜਿਨ੍ਹਾਂ ਦਰਿਆਂ ਤੇ ਰਾਤ ਨੂੰ ਇਹ ਬਜ਼ੁਰਗ ਰਾਤਾਂ ਕੱਟਦੇ ਆ, ਉਹਨਾਂ ਦਰਿਆਂ ਤੇ ਤੁਸੀਂ ਇੱਥੇ ਸ਼ਮੂਲੀਅਤ ਕਰੋ ਵੱਧ ਤੋਂ ਵੱਧ, ਕਿਉਂਕਿ ਇਹਨਾਂ ਦੇ ਬਜ਼ੁਰਗਾਂ ਨੇ ਜ਼ਮੀਨ ਇਹਨਾਂ ਨੂੰ ਦਿੱਤੀ, ਇਹਨਾਂ ਨੇ ਗਾਹਾਂ ਤੁਹਾਨੂੰ ਦੇ ਕੇ ਜਾਣੀ ਹੈ। ਤੁਹਾਡੇ ਕੋਲੇ ਇੱਕ ਗੱਲ ਬੜੇ ਧਿਆਨ ਨਾਲ ਸਮਝ ਲਿਓ, ਖੇਤੀਬਾੜੀ ਦੇ ਸਿਰ ਤੇ ਤੁਸੀਂ ਰਾਜੇ ਹੋ, ਤੁਹਾਨੂੰ ਖੇਤਾਂ ਦੇ ਰਾਜੇ ਕਿਹਾ ਜਾਂਦਾ, ਪੰਜਾਬ ਦੇ ਰਾਜੇ ਕਿਹਾ ਜਾਂਦਾ। ਮੇਰਾ ਵੀਰ ਬੰਦ ਕਰ ਲੈ ਫੋਨ 2 ਮਿੰਟ। ਰਾਜੇ ਤੁਹਾਨੂੰ ਕਿਹਾ ਜਾਂਦਾ ਹੈ। ਰਾਜੇ ਤੁਸੀਂ ਤਾਂ ਕਰਕੇ ਹੋ ਜੇ ਤੁਹਾਡੇ ਕੋਲ ਜ਼ਮੀਨਾਂ ਨੇ, ਤੁਹਾਡੇ ਕੋਲ ਖੇਤੀ ਹੈ, ਤੁਹਾਡੇ ਕੋਲੇ ਐਂਡ ਆਫ ਦਾ ਡੇ ਕੁਝ ਵੀ ਨਾ ਰਹੇ ਤਾਂ ਤੁਹਾਡੇ ਕੋਲੇ ਤੁਹਾਡੇ ਖੱਤੇ ਰਹਿ ਜਾਣਗੇ, ਕਿਆਰੇ ਰਹਿ ਜਾਣਗੇ, ਜਿਨ੍ਹਾਂ 'ਚ ਤੁਸੀਂ ਆਪਦੇ ਬੀਜ ਕੇ ਫਸਲ ਖਾਣ ਜੋਗੇ ਦਾਣੇ ਘਰੋਂ ਕੱਢ ਲਓਗੇ, ਘਰ ਦਾ ਆਪਦਾ ਸਿਸਟਮ ਚਲਾ ਲਓਗੇ। ਪਰ ਹੁਣ ਕੀ ਕੀਤਾ, ਇਹ ਜਿਹੜੀ ਕੰਟਰੈਕਟ ਫਾਰਮਿੰਗ ਆਈ ਆ, ਇਹ ਕੋਈ ਪਹਿਲੀ ਵਾਰੀ ਇੱਥੇ ਹਿੰਦੁਸਤਾਨ 'ਚ ਨਹੀਂ ਆਈ। ਇਹ ਪਹਿਲਾਂ ਵੀ ਕਰਨਾਟਕਾ ਸਾਊਥ ਸਾਈਡ 'ਚ ਆਈ ਸੀਗੀ ਇੱਕ ਵਾਰੀ। WTO ਜਿਹੜਾ ਇੱਕ ਦੁਨੀਆ, ਉੱਥੇ ਅਮਰੀਕਾ ਦਾ ਜਿੰਨਾ ਵੀ ਵਪਾਰ ਚੱਲਦਾ, ਇੱਕ ਸੰਗਠਨ ਬਣਿਆ ਹੋਇਆ, ਉਹਨਾਂ ਨੇ ਅਲੱਗ-ਅਲੱਗ ਥਾਵਾਂ ਤੇ ਜਾ ਕੇ ਐਕਸਪੈਰੀਮੈਂਟ ਕਰਨੇ ਹੁੰਦੇ ਆ। ਜਿਵੇਂ ਚੂਹਿਆਂ ਤੇ ਵਿਗਿਆਨੀ ਐਕਸਪੈਰੀਮੈਂਟ ਕਰਦੇ ਆ ਨਾ, ਕਿ ਜਦੋਂ ਕੋਈ ਦਵਾਈ ਬਣਾ ਲਈ ਹੋਵੇ ਜਾਂ ਕਦੋਂ ਕੋਈ ਵੀ ਉਹਨਾਂ ਨੇ ਐਕਸਪੈਰੀਮੈਂਟ ਕਰਨਾ ਹੋਵੇ ਤਾਂ ਚੂਹਿਆਂ ਤੇ ਕਰਦੇ ਆ, ਉਹ ਵੀ ਉਹ ਬਚਦੇ ਆ ਕਿ ਮਰਦੇ ਆ। ਉਵੇਂ ਹੀ ਉਹ ਲੋਕ ਜ਼ਮੀਨਾਂ ਲੱਭਦੇ ਆ ਕਿਸੇ ਵੀ ਕੰਟਰੀ ਦੀਆਂ। ਹੁਣ ਤੁਸੀਂ ਦੇਖ ਲਓ, ਐਪਲ ਆ ਮੁੰਡਿਆਂ ਕੋਲੇ ਫੋਨ ਫੜੇ ਹੋਏ ਨੇ ਸਾਰੇ, ਇਹਨਾਂ ਸਭ ਨੂੰ ਪਤਾ ਵੀ ਇਹ ਕਿੱਥੋਂ ਕਾਢ ਨਿਕਲੀ ਹੈ, ਇਹ ਅਮਰੀਕਾ ਦੀ ਹੈ। ਪਰ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਇਹ ਅਮਰੀਕਾ ਦੇ ਵਿੱਚ ਅਸੈਂਬਲ ਨਹੀਂ ਹੁੰਦੇ, ਇਹ ਚਾਈਨਾ ਦੇ ਵਿੱਚ ਅਸੈਂਬਲ ਹੁੰਦੇ ਆ, ਕਿਉਂਕਿ ਉਹਨਾਂ ਨੇ ਆਪਣਾ ਸਿਸਟਮ ਇਹੋ ਜਿਹਾ ਬਣਾਇਆ ਹੋਇਆ ਕਿ ਜਿੰਨਾ ਵੀ ਪੋਲਿਊਸ਼ਨ ਹੋਊਗਾ, ਜਿੰਨੀਆਂ ਵੀ ਇਹਦੀਆਂ ਨੈਗੇਟਿਵਿਟੀਆਂ ਹੋਣਗੀਆਂ, ਉਹ ਸਾਰੀਆਂ ਚਾਈਨਾ ਦੇ ਵਿੱਚ ਜਾਣਗੀਆਂ, ਸਾਡੇ ਅਮਰੀਕਾ ਦੇ ਵਿੱਚ ਨਹੀਂ ਰਹਿਣਗੀਆਂ। ਐਦਾਂ ਦੇ ਉਹ ਏਸ਼ੀਆ ਦੇ ਕਈ ਕੰਟਰੀ ਜਿਹੜੇ ਗਰੀਬ ਕੰਟਰੀ ਨੇ, ਛੋਟੇ ਕੰਟਰੀ ਨੇ, ਉਹ ਲੱਭ ਲੈਂਦੇ ਨੇ। ਹੁਣ ਹਿੰਦੁਸਤਾਨ ਹੈ ਜਿਹੜਾ, ਇੱਥੇ 85% ਕਿੱਤਾ ਤਾਂ ਖੇਤੀਬਾੜੀ ਦਾ ਹੀ ਹੈ, ਬਾਕੀ ਤਾਂ ਜਿਹੜੇ ਰਾਜ ਘਰਾਣੇ ਨੇ ਉਹ ਦਿਨੋਂ ਦਿਨ ਵੱਧਦੇ ਜਾਂਦੇ ਆ, ਜਿਹੜਾ ਕਿਸਾਨ ਹੈ, ਜ਼ਿਮੀਂਦਾਰ, ਮਜ਼ਦੂਰ ਹੈ, ਉਹ ਦਿਨੋਂ ਦਿਨ ਘਟਦਾ ਜਾਂਦਾ। ਹੁਣ ਉਹ ਇੱਥੇ ਐਕਸਪੈਰੀਮੈਂਟ ਕਰਨ, ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸਾਊਥ 'ਚ ਆਏ ਸੀਗੇ, ਉਹਨਾਂ ਨੇ 2-4 ਸਾਲ ਵਾਸਤੇ, 10 ਸਾਲ ਵਾਸਤੇ ਉਹ ਜ਼ਮੀਨਾਂ ਲਈਆਂ। ਉਹਨਾਂ 'ਚ ਉਹਨਾਂ ਨੇ ਯੂਰੀਆ ਖਾਦਾਂ ਐਸੀਆਂ ਪਾਤੀਆਂ ਕਿ ਅੱਜ ਦੀ ਡੇਟ 'ਚ ਉਹ ਜ਼ਮੀਨਾਂ ਉਸ ਏਰੀਏ ਦੀਆਂ ਬਿਲਕੁਲ ਬੰਜਰ ਨੇ, ਬਿਲਕੁਲ ਉੱਥੇ ਕੁਝ ਨਹੀਂ ਹੁੰਦਾ। ਜਿਹੜੀਆਂ ਤੁਹਾਡੀਆਂ ਮਾੜੀਆਂ ਮੋਟੀਆਂ ਫਸਲਾਂ ਉੱਧਰ ਹੁੰਦੀਆਂ ਸੀ, ਉਹ ਉਹਨਾਂ ਤੋਂ ਵੀ ਜਾਂਦੇ ਲੱਗੇ। ਕਰਨਾ ਇਹਨਾਂ ਨੇ ਵੀ ਇੱਥੇ ਹੀ ਹੈ। ਇਸ ਗੱਲ ਤੋਂ ਤੁਸੀਂ ਇਹ ਨਾ ਸੋਚਿਓ ਵੀ ਗਵਰਨਮੈਂਟ ਕੋਈ ਪਾਲਿਸੀ ਬਣਾਈ ਹੈ ਇਹਨਾਂ ਨੇ ਵੀ ਸਾਨੂੰ ਇਹ, ਹੁਣ ਸਾਨੂੰ ਤਾਂ ਇਹ ਖੇਤੀ ਕਰਨੇ ਲਾਲਿਆਂ ਤੋਂ ਤਾਂ ਅਸੀਂ ਹੁਣ ਸਿੱਖਾਂਗੇ ਨਹੀਂ ਵੀ ਖੇਤੀ ਕਿਵੇਂ ਹੁੰਦੀ ਹੈ, ਜਿਹੜਾ ਇਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਖੇਤੀ ਕਰਨੀ ਸਿਖਾਵਾਂਗੇ। ਸੋ ਇਹ ਐਕਸਪੈਰੀਮੈਂਟ ਕਰਨਾ ਚਾਹੁੰਦੇ ਪੰਜਾਬ ਦੀ ਜ਼ਮੀਨ ਤੇ, ਕਿਉਂਕਿ ਬੜੀ ਉਪਜਾਊ ਧਰਤੀ ਆ, ਗੁਰੂਆਂ ਦੇ ਬਚਨਾਂ ਨਾਲ ਪਲੇ ਹੋਏ ਅਸੀਂ ਲੋਕ ਹਾਂ, ਗੁਰੂਆਂ ਦੇ ਬਚਨਾਂ ਤੇ ਪਹਿਰਾ ਦਿੰਦੇ ਅਸੀਂ ਲੋਕ ਹਾਂ, ਸਾਡੀਆਂ ਜਾਗਦੀਆਂ ਜ਼ਮੀਰਾਂ ਨੇ। ਜੇ ਜ਼ਮੀਰਾਂ ਜਾਗਦੀਆਂ ਨੇ, ਬਹੁਤ ਦੁੱਖ ਵੀ ਲੱਗਦਾ ਕਈ ਵਾਰੀ ਕਿ ਬਰਗਾੜੀ ਦਾ ਇਨਸਾਫ ਸਾਡੇ ਤੋਂ ਨਹੀਂ ਲਿਆ ਗਿਆ। ਪਰ ਅੱਜ ਜੇ ਅਸੀਂ ਜਾਗੇ ਆ ਤਾਂ ਅੱਜ ਉਹ ਜਵਾਬ ਵੀ ਅਸੀਂ ਉਹਨਾਂ ਹਕੂਮਤਾਂ ਤੋਂ ਮੰਗ ਸਕਦੇ ਹਾਂ ਕਿ ਸਾਡੇ ਨਾਲ ਭਾਈ ਨਾ ਇਨਸਾਫੀ ਕਿਉਂ ਹੋਈ ਹੈ, ਤੁਸੀਂ ਜਦੋਂ ਵੀ ਹੱਥ ਪਾਉਂਦੇ ਹੋ ਸਾਡੇ ਪਿਓ ਦੀ ਪੱਗ ਨੂੰ ਕਿਉਂ ਪਾਉਂਦੇ ਹੋ।
ਇੱਥੇ ਇਹ ਗੱਲ ਮੈਨੂੰ ਕਹਿਣੀ ਤਾਂ ਨਹੀਂ ਬਣਦੀ, ਪਰ ਮੈਂ ਕਹਿ ਦਿੰਦਾ। ਦੇਖੋ ਧਰਮ ਸਾਡੇ ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਨੇ, ਕੋਈ ਜਾਤ ਪਾਤ ਦਾ ਉੱਥੇ ਭੁਲੇਖਾ ਨਹੀਂ ਰੱਖਿਆ ਗਿਆ ਕਿ ਕਿਸੇ ਨੂੰ ਨਹੀਂ ਆਉਣ ਦੇਣਾ। 4 ਹੀ ਦਰਵਾਜ਼ੇ ਖੁੱਲੇ ਨੇ ਸਾਰਿਆਂ ਵਾਸਤੇ। ਇੱਥੇ ਜਦੋਂ ਵੀ ਕੋਈ ਮੂਵਮੈਂਟ ਖੜੀ ਹੁੰਦੀ ਆ, ਬਰਗਾੜੀ ਮੋਰਚਾ ਲੱਗਿਆ ਸੀਗਾ, ਉਦੋਂ ਵੀ ਬੇਅਦਬੀਆਂ ਕੀਤੀਆਂ। ਉਹ ਮੋਰਚਾ ਵੀ ਬੇਅਦਬੀ ਦਾ ਸੀ। ਹੁਣ ਇੱਥੇ ਅਸੀਂ ਮੂਵਮੈਂਟ ਖੜੀ ਕੀਤੀ ਹੋਈ ਆ, ਪੰਜਾਬ 'ਚ ਕਿਸਾਨੀ ਲਹਿਰ ਖੜੀ ਹੋਈ ਆ, ਹੁਣ ਇੱਥੇ ਬੇਅਦਬੀ ਕੀਤੀ ਹੈ। ਉਸ ਗੱਲ ਨੂੰ ਇੰਨੇ ਤਰੀਕੇ ਨਾਲ ਦੱਬ ਲਿਆ ਗਿਆ, ਹਰ ਇੱਕ ਵਾਰੀ ਇਹ ਗੱਲ ਕਹਿ ਕੇ ਵੀ ਭਾਈ ਇਹ ਤਾਂ ਮੁੰਡਾ ਨਸ਼ਾ ਕਰਦਾ ਸੀ, ਇਹ ਤਾਂ ਜੀ ਮਦਬੁੱਧੀ ਬੰਦਾ ਸੀਗਾ, ਸੈਂਟਰ 'ਚੋਂ ਆਇਆ ਤੇ ਬੇਅਦਬੀ। ਜਿਹੜੇ ਸੈਂਟਰਾਂ 'ਚੋਂ ਆਉਂਦੇ ਨੇ ਉਹਨਾਂ ਨੂੰ ਸਾਡੇ ਹੀ ਗੁਰੂ ਘਰ ਕਿਉਂ ਦਿੰਦੇ ਨੇ? ਤੇ ਮਾੜੀ ਗੱਲ ਇਹ ਆ, ਜਿਹੜੇ ਵੀ ਪਿੰਡ ਦਾ ਉਹ ਨੌਜਵਾਨ ਵੀਰ ਹੈ, ਮੈਨੂੰ ਲੱਗਦਾ ਉਹਨੂੰ ਪਿੰਡ ਵਾਲਿਆਂ ਵੱਲੋਂ ਇਹ ਸਜ਼ਾ ਦੇਣੀ ਚਾਹੀਦੀ ਹੈ, ਉਹਨੂੰ ਫਾਂਸੀ ਤੇ ਚੜਾ ਦੇਣਾ ਚਾਹੀਦਾ ਕਿ ਜਿਹਨੇ ਪੰਜਾਬ 'ਚ ਰਹਿੰਦੇ ਹੋਏ ਪੰਜਾਬ ਦੀ ਸੱਭਿਅਤਾ ਤੋਂ ਜਿਹੜਾ ਚੰਗੀ ਤਰ੍ਹਾਂ ਜਾਣੂ ਹੈ, ਚਾਹੇ ਉਹ ਅਨਪੜ੍ਹ ਕੋਰਾ ਹੀ ਹੈ, ਉਹਨੂੰ ਇਹ ਤਾਂ ਪਤਾ ਨਾ ਵੀ ਅਸੀਂ ਪੰਜਾਬੀ ਆ, ਇਹ ਸਾਡਾ ਗੁਰੂ ਘਰ ਆ, ਅਸੀਂ ਇੱਥੇ ਬੇਅਦਬੀ ਨਹੀਂ ਕਰਨੀ, ਪਰ ਉਹ ਖਰੀਦ ਲੈਂਦੇ ਨੇ ਉਹਨਾਂ ਲੋਕਾਂ ਨੂੰ। ਉਹ ਬੇਬੇ ਦੀ ਮੈਂ ਇੰਟਰਵਿਊ ਦੇਖੀ, ਜਿਹੜੇ ਮੁੰਡੇ ਨੇ ਇੱਥੇ ਫਤਿਹਗੜ੍ਹ ਸਾਹਿਬ ਬੇਅਦਬੀ ਕੀਤੀ, ਉਹ ਰਟਿਆ ਰਟਾਇਆ, ਮਤਲਬ ਉਹਦੀ ਜ਼ਮੀਰ 'ਚੋਂ ਇੱਕ ਵਾਰੀ ਇਹ ਆਵਾਜ਼ ਨਹੀਂ ਆਈ ਕਿ ਹਾਂ ਮੇਰੇ ਮੁੰਡੇ ਨੇ ਕੁਝ ਗਲਤ ਕੀਤਾ, ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹ ਆਖੇ ਜੀ ਛੱਡ ਦਿਓ ਮੇਰੇ ਪੁੱਤ ਨੂੰ, ਇਹ ਤਾਂ ਜੀ ਇਦਾਂ ਹੋ ਗਿਆ, ਇਹ ਤਾਂ ਜੀ ਉਹ ਹੋ ਗਿਆ, ਇਹ ਤਾਂ ਜੀ ਵਿਚਾਰਾ ਭੋਲਾ ਸੀਗਾ। ਦੱਸੋ, ਮੈਂ ਇਹ ਗੱਲ ਪਿਛਲੀ ਵਾਰੀ ਵੀ ਕਹਿ ਕੇ ਗਿਆ ਸੀ, ਮੇਰਾ ਸਕਾ ਭਰਾ ਮੇਰੀ ਮਾਂ ਦੇ ਢਿੱਡੋਂ ਜੰਮਾ, ਜੇ ਕੋਈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ਹੱਥ ਲਾਊਗਾ, ਅੰਗਾਂ ਨੂੰ ਹੱਥ ਲਾਊਗਾ, ਮੈਂ ਇੰਨੀ ਕੁ ਜ਼ਮੀਰ ਰੱਖਦਾ ਕਿ ਮੈਂ ਉਹਦਾ ਕਤਲ ਕਰ ਦੂੰਗਾ। ਮੈਨੂੰ ਆਪਣੇ ਧਰਮ ਤੋਂ ਉੱਤੇ ਆਪਣਾ ਭਰਾ ਨਹੀਂ ਹੈਗਾ। ਪਰ ਸਾਡਿਆਂ ਲੋਕਾਂ ਦੀਆਂ ਜ਼ਮੀਰਾਂ ਨੇ ਜਿਹੜੀਆਂ, ਉਹ ਬਿਲਕੁਲ ਮੈਨੂੰ ਲੱਗਦਾ ਪਹਿਲੀ ਗਲਤੀ ਆਪਣੀ ਆ। ਅੱਜ ਜੇ ਇਹ ਧਰਨੇ, ਅੱਜ ਇਹ ਲਹਿਰਾਂ ਖੜੀਆਂ ਹੋਈਆਂ ਨੇ, ਜੇ ਆਪਾਂ ਅੱਜ ਤੋਂ 15 ਸਾਲ ਪਹਿਲਾਂ ਮੋਰਚਾ ਲਾ ਲੈਂਦੇ ਕਿ ਪੰਜਾਬ 'ਚ ਆ ਕੇ ਕੋਈ ਵੀ ਬਾਹਰਲੇ ਸੂਬੇ ਦਾ ਬੰਦਾ ਜ਼ਮੀਨ ਨਹੀਂ ਖਰੀਦੂਗਾ, ਤਾਂ ਅੱਜ ਇਹ ਨੌਬਤ ਨਾ ਆਉਂਦੀ। ਹੁਣ ਅਸੀਂ ਜਦ ਤੱਕ ਇੱਥੇ ਤੱਕ ਗਲ ਤੱਕ ਨਹੀਂ ਆ ਜਾਂਦੇ, ਉਦੋਂ ਤੱਕ ਅਸੀਂ ਸੁੱਤੇ ਹੀ ਪਏ ਰਹਿੰਦੇ ਹਾਂ। ਹੁਣ ਵੀ ਕੀ ਹੈ, ਇਹਨਾਂ ਦਿਨਾਂ 'ਚ ਮੈਂ ਇਤਿਹਾਸ ਨਾਲ ਬਹੁਤ ਜਾਣੂ ਹੋਇਆ, ਇੱਕ ਅੰਦਰੋਂ ਚੇਤਨਾ ਨਿਕਲਦੀ ਹੈ ਕਿ ਹਾਂ ਯਾਰ ਪੜ੍ਹਨਾ ਚਾਹੀਦਾ। ਸਾਡਾ ਮਾਰਸ਼ਲ ਇਤਿਹਾਸ ਮੰਨਿਆ ਗਿਆ, ਸਾਡਾ ਇਤਿਹਾਸ ਦੁਨੀਆ ਜਿਹਦਾ ਪਾਣੀ ਭਰਦੀ ਹੈ, ਸਾਡਾ ਸਿੱਖ ਧਰਮ ਦਾ ਉਹ ਇਤਿਹਾਸ ਹੈ, ਤੇ ਆਪਾਂ ਉਹਨਾਂ ਤੋਂ, ਮੈਂ ਵੀ ਵਿੱਚ ਉਹਨਾਂ ਤੁਹਾਡੇ ਵਿਸਰੇ ਫਿਰਦੇ ਹਾਂ। ਆਪਾਂ ਨੂੰ ਅੱਜ ਚੇਤੇ ਹੀ ਨਹੀਂ ਹੈਗਾ ਕਿ ਸਾਡੇ ਗੁਰੂਆਂ ਨੇ ਕਿਹਦੇ ਲਈ ਕੁਰਬਾਨੀਆਂ ਦਿੱਤੀਆਂ ਸੀ, ਸਾਡੇ ਯੋਧੇ ਸੂਰਬੀਰਾਂ ਨੇ। ਅੱਜ ਇਹ ਜਿਹੜੇ ਸਾਨੂੰ ਦਲਾਲ ਦੱਸਦੇ ਆ ਮੋਦੀ ਵਰਗੇ ਵੀ ਇਹ ਦਲਾਲ ਲੋਕ ਸੜਕਾਂ ਤੇ ਧਰਨਾ ਕਰਦੇ ਆ, 14 ਸਾਲ ਦਾ ਜਵਾਕ ਇੱਥੇ ਖੜਾ, ਛੋਟੇ ਵੀਰੋ ਰੇ ਨੀਲੇ ਪਰ ਨੇ ਪਟ ਕੇ ਆ ਮੇਰਾ ਵੀਰੋ ਰੇ, ਆ ਜਾ ਆ ਜਾ ਆ ਜਾ ਆ ਜਾ ਪੁੱਤ, ਤੂੰ ਆ ਜਾ ਆ ਜਾ। ਹੁਣ ਤੁਸੀਂ ਆਪ ਹੀ ਇਹ ਵੀਡੀਓ ਜਾਣੀ ਹੈ ਇੰਟਰਨੈਟ ਤੇ, ਤੁਸੀਂ ਇਹ ਦੇਖੋ ਇਸ 12 ਸਾਲ ਦੇ ਜਵਾਕ 'ਚ ਤੁਹਾਨੂੰ ਕਿਹੜਾ ਦਲਾਲ ਨਜ਼ਰ ਆਉਂਦਾ ਹੈ? ਇਹ 95 ਸਾਲ ਦੀ ਉਮਰ ਦੇ ਇੱਥੇ ਬਜ਼ੁਰਗ ਬੈਠੇ ਨੇ ਪਿਛਲੇ ਬੰਨੇ। ਤੁਸੀਂ ਦੱਸੋ, ਤੁਸੀਂ ਜ਼ਿਮੀਂਦਾਰਾਂ ਨੂੰ ਦਲਾਲ ਕਹਿੰਦੇ ਹੋ? ਦਲਾਲ ਤਾਂ ਤੁਸੀਂ ਖੁਦ ਹੋ, ਅੰਬਾਨੀਆਂ ਦੇ, ਅਡਾਨੀਆਂ ਦੇ, ਜਿਨ੍ਹਾਂ ਨੇ ਲਿਆ ਕੇ ਇੱਥੇ ਸਾਡੇ ਤੇ ਐਕਸਪੈਰੀਮੈਂਟ ਕਰਨੇ ਨੇ, ਸਾਡੀਆਂ ਜ਼ਮੀਨਾਂ ਖੋਹਣੀਆਂ ਨੇ। ਤੁਸੀਂ ਪੰਜਾਬ ਦੇ ਕਿਸਾਨਾਂ ਨੂੰ, ਜਵਾਨਾਂ ਨੂੰ, ਇਹਨਾਂ ਬੱਚਿਆਂ ਨੂੰ ਦਲਾਲ ਕਹਿੰਦੇ ਹੋ, ਤਾਂ ਤੁਹਾਡੀ ਮਾਨਸਿਕਤਾ ਦਾ ਸਾਨੂੰ ਇੱਥੋਂ ਹੀ ਅੰਦਾਜ਼ਾ ਹੋ ਜਾਂਦਾ ਕਿ ਤੁਹਾਡੀ ਸੋਚ ਕੀ ਹੈ। ਅੱਜ ਅਸੀਂ ਜੇ ਹੱਕਾਂ ਲਈ ਸੰਘਰਸ਼ ਕਰੀਏ, ਆਪਣਿਆਂ ਕੁਝ ਯੋਧੇ ਸੂਰਬੀਰ ਸਾਡੇ ਜਿਹੜੇ ਹੱਕਾਂ ਦੀ ਗੱਲ ਕਰਦੇ ਆ, ਜੇ ਉਹਨਾਂ ਦਾ ਨਾਂ ਵੀ ਇਹਨਾਂ ਮੰਚਾਂ ਤੋਂ, ਸਟੇਜਾਂ ਤੋਂ ਲੈ ਲਈਏ, ਤਾਂ ਐਸੇ ਐਕਟ ਬਣਾਏ ਹੋਏ ਆ ਕਿ ਸਾਡੀਆਂ ਜ਼ਮਾਨਤਾਂ ਨਹੀਂ 4-4 ਸਾਲ ਹੁੰਦੀਆਂ। ਸਾਡੇ ਸਿੰਘ ਨੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਨੇ, ਸਜ਼ਾ ਭੁਗਤ ਕੇ ਸਾਰਾ ਕੁਝ ਕਰ ਗਿਆ, ਉਹਨਾਂ ਨੂੰ ਕੱਢਦੇ ਨਹੀਂ ਹੈਗੇ। ਫਿਰ ਤੁਸੀਂ ਇੱਥੇ ਇਸ ਮੁਲਕ 'ਚ ਜੇ ਆਪਣੇ ਹੱਕਾਂ ਦੀ ਗੱਲ ਕਰੀਏ, ਤੁਸੀਂ ਸਿਰ ਨਹੀਂ ਚੱਕਣ ਦਿੰਦੇ, ਤੁਸੀਂ ਦੱਬ ਲੈਂਦੇ ਹੋ, ਤੁਸੀਂ ਫੋਨ ਕਰਾਉਣ ਲੱਗ ਜਾਂਦੇ ਹੋ। ਫਿਰ ਕੀ ਹੋ ਜਾਊਗਾ? ਇੱਕ ਨੂੰ ਅੰਦਰ ਦੇ ਲਓਗੇ, ਦੋਆਂ ਨੂੰ ਅੰਦਰ ਦੇ ਲਓਗੇ, ਤਾਂ ਮਾਹੌਲ ਖਰਾਬ ਹੀ ਹੋਊਗਾ। ਜੇ ਤੁਸੀਂ ਅੱਜ ਸਾਨੂੰ ਬੜੇ ਫੋਨ ਆਉਂਦੇ ਆ ਕਿ ਤੁਸੀਂ ਕੀ ਲੈਣਾ, ਤੁਸੀਂ ਗਾਉਣੇ ਵਾਲੇ ਆ, ਸੀ ਗਾਉਣੇ ਵਾਲੇ ਅਸੀਂ ਹੈਗੇ ਆ, ਪਰ ਅਸੀਂ ਪਹਿਲਾਂ ਉਹਦੇ ਨਾਲ ਨਾਲ ਅਸੀਂ ਕਿਸਾਨ ਆ, ਅਸੀਂ ਜ਼ਿਮੀਂਦਾਰਾਂ ਦੇ ਪੁੱਤ ਆ। ਇਹ ਕੱਲਾ ਜੇ ਅਸੀਂ ਖੇਤੀ ਨਹੀਂ ਕਰਦੇ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਡਾ ਕੋਈ ਫਰਜ਼ ਨਹੀਂ ਬਣਦਾ। ਅਸੀਂ ਜਿਨ੍ਹਾਂ ਦੇ ਘਰੇ ਜਾਂਦੇ ਆ ਜਾਂ ਜਿਹੜੇ ਸੂਬੇ ਨੂੰ ਅਸੀਂ ਸੰਬੋਧਨ ਕਰਦੇ ਆ, ਉਹ ਖੇਤੀਬਾੜੀ ਤੇ ਨਿਰਭਰ ਸੂਬਾ ਹੈ। ਪੰਜਾਬ 'ਚ ਅੱਜ ਖੁਸ਼ਹਾਲੀ ਹੈ ਤਾਂ ਪੰਜਾਬ ਦੀ ਅੱਜ ਸ਼ਾਨ ਹੈ ਤਾਂ ਇਹਨਾਂ ਖੇਤਾਂ ਕਰਕੇ ਆ, ਇਹਨਾਂ ਬਾਗਾਂ ਕਰਕੇ ਆ, ਜਿਹੜੇ ਸਾਡੇ ਮੋਟਰਾਂ ਤੇ ਲੱਗਿਆ। ਨਹੀਂ ਤੁਸੀਂ ਕਿਤੇ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਕਿਤੇ ਤੁਸੀਂ ਯੂਪੀ ਬਿਹਾਰ ਕਿਤੇ ਬਹੁਤੇ ਸੱਜਣੇ ਇੱਥੋਂ ਜਾ ਕੇ ਦੇਖ ਲਿਓ, ਉੱਥੇ ਹਾਲਾਤ ਕੀ ਹੋਏ ਹੋਏ ਨੇ। ਅੱਧੇ ਏਰੀਏ ਇਹੋ ਜਿਹੇ ਨੇ ਜਿੱਥੇ ਹੁਣ ਤੱਕ ਪੀਣ ਵਾਲਾ ਪਾਣੀ ਨਹੀਂ ਪਹੁੰਚਦਾ ਤੇ ਉੱਥੇ ਲਾਈਟਾਂ ਨਹੀਂ ਹੈਗੀਆਂ। ਤਾਂ ਕਰਕੇ ਉਪਜਾਊ ਧਰਤੀ ਹੈ, ਮਾਰਸ਼ਲ ਕੌਮ ਹੈ, ਲੋਕ ਸੰਜੀਦਾ ਨੇ, ਪੜ੍ਹੇ ਲਿਖੇ ਨੇ, ਆਪਦੇ ਹੱਕਾਂ ਵਾਸਤੇ ਮੂਹਰੇ ਆਉਂਦੇ ਨੇ। ਤਾਂ ਕਰਕੇ ਉਹਨਾਂ ਦੀ ਅੱਖ ਸਿੱਧੇ ਤੌਰ ਤੇ ਇਦਾਂ ਕਿ ਇਹ ਕੱਲ ਨੂੰ ਜੇ ਜਾਗ ਗਏ, ਅੱਜ ਤਾਂ ਇਹ ਅਧਿਕਾਰ ਮੰਗਦੇ ਨੇ, ਕੱਲ ਨੂੰ ਇਹ ਸਾਤੋਂ ਹੱਕ ਵੀ ਮੰਗਣਗੇ। ਬੜੇ ਅਧਿਕਾਰ ਨੇ। ਹੁਣ ਅਸਾਮ ਵਾਲੇ ਚਾਹ ਪੱਤੀ ਬੀਜਦੇ ਆ, ਮੈਨੂੰ ਦੱਸੋ ਦਿੱਲੀ ਦਾ ਉੱਥੇ ਕੀ ਲੇਖਾ ਦੇਗਾ? ਜਿੰਨੀ ਚਾਹ ਪੱਤੀ ਆਉਂਦੀ ਹੈ ਅਸਾਮ ਦੀ ਸਰਕਾਰ ਨੂੰ, ਉਹਦਾ ਸਾਰਾ ਪੈਸਾ ਜਾਂਦਾ। ਸਾਡਾ ਪਾਣੀ ਇੱਥੋਂ ਲੈ ਕੇ ਤੁਸੀਂ ਦਿੱਲੀ ਲੈ ਗਏ, ਦਿੱਲੀ ਤੋਂ ਹੁਣ ਅੱਗੇ ਗੁਜਰਾਤ ਲਿਜਾਣ ਨੂੰ ਫਿਰਦੇ ਹੋ। ਸਾਡਾ ਇੱਥੇ ਨੰਗਲ ਡੈਮ ਬਿਜਲੀ ਗ੍ਰਿਡ ਲੱਗਿਆ ਤੇ ਉਹ ਸੀਗਾ ਪੰਜਾਬ 'ਚ, ਉਹਨੂੰ ਹਿਮਾਚਲ 'ਚ ਕਰਤਾ। ਦਿਨੋਂ ਦਿਨ ਸਾਡਾ ਕਦੇ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਗਿਆ। ਸਾਨੂੰ ਇਹ ਪਤਾ ਵੀ ਫਲਾਣੇ ਦਾ ਗਾਣਾ ਆ ਗਿਆ, ਇੰਨੇ ਮਿਲੀਅਨ ਵਿਊ ਹੋ ਗਏ, ਇੰਨੇ ਲੱਖ ਕਮੈਂਟ ਕਰਨਾ। ਸਾਡੀ ਮਾਨਸਿਕਤਾ ਇੱਥੇ ਆ ਕੇ ਖੜ ਗਈ। ਅੱਜ ਜੇ ਮੈਂ ਟੀ-ਸ਼ਰਟ ਵੀ ਪਾ ਕੇ ਆਇਆ ਭਗਤ ਸਿੰਘ ਦੀ, ਇਹ ਤਾਂ ਪਾ ਕੇ ਆਇਆ ਵੀ ਤੁਸੀਂ
मैं हमेशा एक गल कहना, कल की होया मेरे नाल एक लाइव एक्सपैरीमेंट, जो मैं बोल के हटिया उतों उत्थे 200-300 वीर मेरे खड़े सीगे, मैं बोलिया ते मैं बह गया, एक बजुर्ग पिछों निकलिया, तुसीं बहुत जणिਆਂ ने वो वीडियो देखी भी होनी है। जद नूं मैं बह गया, उन्होंने लग्गिया भी बस हुणे तां बोल लिया ते हुण चलीए घरां नूं, बोलिया उदों बाद फिर बह गया, अद्धे जड़े खरे सी वो फिर जा वड़े। चलो मैं नहीं कहता तुसीं इत्थे रहो, पर तुसीं इत्थों कुछ ग्रहण करके जाओ। ਤੁਹਾਨੂੰ ਹੱਕਾਂ ਦਾ ਤਾਂ ਪਤਾ ਹੋਣਾ ਚਾਹੀਦਾ ਨਾ। ਹੁਣ ਸਾਰੀ ਜ਼ਿੰਦਗੀ ਦੀ ਡਿਊਟੀ ਹੈ ਨਾ ਬਜ਼ੁਰਗਾਂ ਨੇ ਥੋੜੀ ਸਾਂਭਣੀ ਹੈ, ਅੱਗੇ ਯਾਰ ਤੁਹਾਡਾ ਹੀ ਅੱਗੇ ਤੁਹਾਡੀ ਪਨੀਰੀ ਚੱਲਣੀ ਹੈ। ਹੁਣ ਇਹ ਤਾਂ ਆਪਦੀ ਉਮਰ ਭੋਗ ਕੇ ਬੈਠੇ ਆ। ਇਹਨਾਂ ਇਹ ਖਜ਼ਾਨਾ ਹੈ ਜਿਨ੍ਹਾਂ ਨੂੰ ਆਪਾਂ ਸਾਂਭ ਕੇ ਰੱਖਣਾ, ਇਹਨਾਂ ਦੀਆਂ ਚਾਰ ਗੱਲਾਂ ਸੁਣ ਲਈਏ ਜ਼ਿੰਦਗੀ ਦੇ ਰਾਹ ਖੁੱਲਦੇ ਨੇ ਜੇ ਇਹਨਾਂ ਦਾ ਤਜਰਬਾ, ਕਿਉਂਕਿ ਇਹ ਉਹ ਭਲਿਆਂ ਵੇਲਿਆਂ ਦੇ ਲੋਕ ਨੇ ਜਦੋਂ ਰੱਬ ਰੂਪੀ ਲੋਕ ਹੁੰਦੇ ਸੀ। ਆ ਜਿਹੜੇ ਬਾਬੇ ਸਾਡੇ ਬੈਠੇ ਆ ਨਾ, ਇਹਨਾਂ ਦਾ ਉਹ ਵਕਤ ਸੀ ਅੱਜ ਤੋਂ 20-25 ਸਾਲ ਪਹਿਲਾਂ ਦਾ, ਜਦੋਂ ਭੈਣ ਭਾਈ ਬਾੜਿਆਂ ਦੇ ਵਿੱਚ ਇਕੱਠੇ ਖੇਡਦੇ ਹੁੰਦੇ ਸੀ, ਚਾਹੇ ਕੋਈ ਕੱਪੜਾ ਪਾਇਆ ਚਾਹੇ ਕੋਈ ਨਹੀਂ ਕੱਪੜਾ ਪਾਇਆ, ਉਹਨਾਂ ਦੀ ਚੇਤਨਾ ਐਸੀ ਹੁੰਦੀ ਸੀ, ਉਹਨਾਂ ਦੀ ਸੋਚ ਐਸੀ ਹੁੰਦੀ ਸੀ, ਉਧਰ ਨੂੰ ਕਦੇ ਧਿਆਨ ਹੀ ਨਹੀਂ ਜਾਂਦਾ ਸੀ। ਅੱਜ ਇਹਨਾਂ ਮੋਬਾਈਲਾਂ ਨੇ ਸਾਡੀ ਸੋਚ 'ਚ ਇੰਨਾ ਗੰਦਮੰਦ ਭਰਤਾ। ਜੇ ਇੱਥੋਂ ਚੰਡੀਗੜ੍ਹ ਨੂੰ ਜਾਈਏ ਨਾ, ਦੋ ਵੀਰ ਕਾਰ ਚਲਾਉਂਦੇ ਨੇ, ਇੱਕ ਦੂਜੇ ਮੋਬਾਈਲ ਤੇ ਲੱਗਿਆ, ਇੱਕ ਦੂਜੇ ਤੇ ਲੱਗਿਆ, ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰਦੇ। ਤੁਸੀਂ ਦੇਖ ਲਿਓ ਇੱਥੇ ਮੈਂ ਵੀ ਬੈਠਾ, ਮੈਂ ਆਪਦੇ ਤੇ ਲਾ ਕੇ ਗੱਲ ਕਰਦਾ, ਮੈਂ ਵੀ ਵਿੱਚ ਹੀ ਹਾਂ, ਕੋਈ ਫਰਕ ਨਹੀਂ ਹੈਗਾ। ਪਰ ਠੀਕ ਹੈ, ਅੱਜ ਖੁਸ਼ੀ ਦੀ ਗੱਲ ਕੀ ਹੈ ਜੇ ਅੱਜ ਪੰਜਾਬ ਜਾਗਿਆ, ਜੇ ਅੱਜ ਖੜਾ ਹੋਇਆ, ਸਾਨੂੰ ਸਾਡੇ ਹੱਕਾਂ ਦਾ ਪਤਾ ਲੱਗਿਆ, ਕਿਉਂਕਿ ਇਹ ਆਖਰੀ ਲੜਾਈ ਇਹਨੂੰ ਕਿਹਾ ਜਾਂਦਾ ਹੈ। ਆਖਰੀ ਲੜਾਈ ਤਾਂ ਕਿਹਾ ਜਾਂਦਾ ਕਿਉਂਕਿ ਦੇਖੋ ਤੁਸੀਂ ਤਾਂ ਆਉਨੇ ਹੋ ਇੱਥੇ ਕਲਾਕਾਰਾਂ ਕਰਕੇ, ਵੀ ਕਲਾਕਾਰ ਆਏ ਨੇ ਅਸੀਂ ਸੁਣ ਕੇ ਮੁੜ ਜਾਾਂਗੇ। ਇਹ ਅਸਲੀ ਲੋਕ ਨੇ ਜਿਹੜੇ ਆਖਰੀ ਲੜਾਈ ਲੜ ਰਹੇ ਆ ਸਾਡੀ। ਇਹਨਾਂ ਨੂੰ ਪਤਾ ਸਾਡੇ ਹੱਕ ਕੀ ਨੇ, ਸਾਡੇ ਅਧਿਕਾਰ ਕੀ ਨੇ। 10-10 ਸਾਲਾਂ ਨੂੰ 20-20 ਸਾਲਾਂ ਨੂੰ ਜਦੋਂ ਇਹ ਚਲੇ ਜਾਣਗੇ, ਦੇਖੋ ਤੁਸੀਂ ਤਾਂ ਆ ਨਹੀਂ ਰਹੇ ਨਾ, ਤੁਸੀਂ ਤਾਂ ਇੱਥੇ ਬੈਠ ਨਹੀਂ ਰਹੇ, ਤੁਹਾਡੇ ਜਵਾਕਾਂ ਨੂੰ ਤਾਂ ਫਿਰ ਅੱਗੇ ਪਤਾ ਹੀ ਕੁਝ ਨਹੀਂ ਲੱਗਣਾ ਵੀ ਪੰਜਾਬ 'ਚ ਹੈ ਕੀ ਸੀ। ਇਹਨਾਂ ਤੋਂ ਖਜ਼ਾਨਾ ਗ੍ਰਹਿਣ ਕਰ ਲਓ ਜਿੰਨਾ ਕਰ ਸਕਦੇ ਹੋ ਆਪਦੇ ਬਜ਼ੁਰਗਾਂ ਤੋਂ। ਸਾਰੇ ਵੀਰਾਂ ਨੂੰ ਨਹੀਂ ਮੈਂ ਕਹਿੰਦਾ ਹੈਗਾ, ਬਹੁਤ ਵੀਰ ਨੇ ਜਿਹੜੇ ਸੰਜੀਦਾ ਵੀ ਨੇ, ਚੰਗੀ ਸੋਚ ਵੀ ਰੱਖਦੇ ਆ, ਚੰਗੇ ਵਿਚਾਰ ਵੀ ਰੱਖਦੇ ਆ। ਅਛਿਆਈ ਆ ਜਿਹੜੀ ਸਮਾਜ 'ਚੋਂ ਕਦੇ ਮਰਦੀ ਨਹੀਂ, ਕਿਉਂਕਿ ਚੰਗਿਆਈ ਨਾਲ ਹੀ ਸਮਾਜ ਚੱਲਦਾ। ਪਰ ਇੱਕ ਸੱਚ ਇਹ ਵੀ ਆ ਵੀ ਨੈਗੇਟਿਵਿਟੀ ਆ ਜਿਹੜੀ ਉਹ ਹੁੰਦੀ ਘੱਟ ਹੈ, ਪਰ ਸਮਾਜ ਤੇ ਹਮੇਸ਼ਾ ਭਾਰੂ ਰਹਿੰਦੀ ਹੈ, ਉਹਦੀ ਗੱਲ ਜ਼ਿਆਦਾ ਹੁੰਦੀ ਹੈ। ਤੁਸੀਂ ਸਾਰੇ ਸਿਆਣੇ ਹੋ, ਸੂਝਵਾਨ ਹੋ, ਮੈਂ ਜ਼ਿਆਦਾ ਤਾਂ ਇੱਥੇ ਲੈਕਚਰ ਨਹੀਂ ਝਾੜਦਾ, ਪਰ ਮੈਨੂੰ ਦੁੱਖ ਲੱਗਣ ਲੱਗ ਜਾਂਦਾ ਕਈ ਵਾਰੀ ਵੀ ਜਦੋਂ ਅਸੀਂ ਗਏ ਇੱਥੋਂ ਤਾਂ ਨਾਲ ਦੀ ਨਾਲ ਹੀ ਬਸ ਆ ਜਿਹੜੇ 15-20 ਬਜ਼ੁਰਗ ਸਾਡੇ ਬੈਠੇ ਆ, ਇਹੀ ਰਹਿ ਜਾਂਦੇ ਆ ਬੈਠੇ। ਤੁਸੀਂ ਆਉਨੇ ਜੇ ਇੱਥੇ ਧਰਨਿਆਂ ਤੇ ਆਏ ਹੋ ਤਾਂ ਕਮ ਸੇ ਕਮ ਇਹ ਸੋਚ ਕੇ ਆਓ ਵੀ ਅਸੀਂ ਇੱਥੋਂ ਕੁਝ ਸਿੱਖ ਕੇ ਜਾਣਾ। ਇੱਥੇ 4-4 ਘੰਟੇ 5-5 ਘੰਟੇ ਡਿਊਟੀ ਨਿਭਾ ਕੇ ਜਾਣੀ ਹੈ। ਸਪੋਜ਼ ਕਰੋ ਵੀ ਅੱਜ ਸਰਕਾਰ ਨੂੰ ਆਰਡਰ ਆ ਜੇ, ਪੰਜਾਬ ਸਰਕਾਰ ਹੀ ਹੁਕਮ ਕਰ ਦੇਵੇ ਵੀ ਧਰਨੇ ਚੁਕਾਉਣੇ ਨੇ, ਫਿਰ ਸਾਡੇ ਕੋਲ ਕੀ ਹੱਲ ਹੈ? ਫਿਰ ਕੀ ਕਰਾਂਗੇ? ਕੋਈ ਪਲਾਨ ਰਣਨੀਤੀ ਬਣਾਈ ਹੋਈ ਹੈਗੀ ਹੈ? ਨਹੀਂ ਬਣਾਈ ਹੋਈ ਹੈਗੀ। ਤੁਸੀਂ ਆਪ ਦੇ ਪੱਧਰ ਤੇ ਆਪ ਦੇ 5 ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਕਰਕੇ ਕੋਈ ਐਸੀਆਂ ਜਥੇਬੰਦੀਆਂ ਬਣਾਓ ਜਿਹੜੇ ਪਿੰਡ ਪੱਧਰ ਤੋਂ ਡਿਊਟੀਆਂ ਇੱਥੇ ਲਾ ਕੇ ਆਇਆ ਕਰਨ, ਚਾਹੇ ਉਹ ਇੱਕ ਦਿਨ ਦੀ ਲਾ ਲਓ। ਜੇ 5 ਪਿੰਡਾਂ 'ਚ ਤੁਸੀਂ ਇਹ ਮੰਨ ਲਓ ਵੀ 500 ਘਰ ਵੀ ਆ ਤਾਂ ਇੱਕ ਘਰ ਦੀ ਡਿਊਟੀ 15ਵੇਂ-20ਵੇਂ ਦਿਨ ਆਉਂਦੀ ਹੈ। ਨਾਲੇ ਤੁਸੀਂ ਆਪਦੇ ਕੰਮ ਵੀ ਕਰ ਸਕਦੇ ਹੋ, ਨਾਲੇ ਸਾਰਾ ਸਿਸਟਮ ਵੀ ਕਰ ਸਕਦੇ ਹੋ। 200 ਬੰਦਾ ਗਿਣ ਕੇ ਲਾ ਲਓ ਜਾਂ 100 ਬੰਦਾ ਲਾ ਲਓ, ਵਾਰੀ-ਵਾਰੀ ਬੈਠੋ। ਇੱਕ ਤਰੀਕਾ ਹੋਣਾ ਚਾਹੀਦਾ ਜੰਗ ਲੜਨ ਦਾ। ਲਾਮਬੰਦੀ ਕਰਨੀ ਬਹੁਤ ਜ਼ਰੂਰੀ ਹੈ। ਹੁਣ ਜੇ ਆਪਾਂ ਇੱਥੇ ਹੀ ਦੇਖਾਂਗੇ, ਹੋ ਸਕਦਾ ਦੇਖੋ ਤੁਸੀਂ ਇਹ ਨਾ ਸੋਚੋ ਵੀ ਅਸੀਂ ਆਉਣੋਂ ਹਟ ਜਾਾਂਗੇ, ਅਸੀਂ ਆਵਾਂਗੇ, ਹੋ ਸਕਦਾ ਕੱਲ ਨੂੰ ਸਾਨੂੰ ਹੀ ਚੱਕ ਕੇ ਅੰਦਰ ਦੇ ਦੇਣ। ਫਿਰ ਤੁਸੀਂ ਇਹ ਸੋਚ ਲਓਗੇ ਵੀ ਹੁਣ ਗਾਉਣੇ ਵਾਲੇ ਆਉਣੋਂ ਹਟ ਗਏ, ਵੀ ਯਾਰ ਹੁਣ ਆਪਾਂ ਵੀ ਕੀ ਕਰਨ ਜਾਣਾ। ਜਦੋਂ ਸਰਕਾਰਾਂ ਆਪਣੀਆਂ ਇੱਥੇ ਆਉਂਦੀਆਂ ਨੇ ਉਹ ਕੁਝ ਵੀ ਕਰਾ ਸਕਦੀਆਂ ਨੇ। ਤੁਸੀਂ ਇਹ ਨਾ ਸੋਚੋ ਤੁਹਾਡੇ ਤੇ ਵੀ ਬਹੁਤ ਕੁਝ ਹੋ ਸਕਦਾ। ਜਿਹੜੇ ਇਹ ਲੀਡ ਨੂੰ ਆਗੂ ਜਥੇਦਾਰ ਅੱਗੇ ਲੱਗੇ ਹੋਏ ਆ, ਇਹਨਾਂ ਤੇ ਵੀ ਬਹੁਤ ਕੁਝ ਹੋ ਸਕਦਾ। ਸਾਨੂੰ ਇੱਕ ਦੂਜੇ ਦੇ ਟੱਚ 'ਚ ਰਹਿਣਾ ਪੈਣਾ ਵੀ ਤੁਹਾਡੇ ਨਾਲ ਕੀ ਹੋ ਰਿਹਾ, ਤੁਹਾਡੇ ਏਰੀਏ 'ਚ ਕੀ ਵਾਪਰ ਰਿਹਾ, ਇੱਧਰੋਂ ਲਹਿਰ ਕਿਵੇਂ ਆ। ਅਸਲੀ ਜੇ ਤੁਸੀਂ ਲਹਿਰ ਦਾ ਰੂਪ ਦੇਖਣਾ ਤਾਂ ਤੁਸੀਂ ਮਾਲਵੇ, ਸੁਨਾਮ, ਬਠਿੰਡੇ, ਆਪਣਾ ਭਿੱਖੀ ਉਧਰਲੇ ਪਾਸੇ ਜਾਇਓ, ਧੂਰੀ ਵਾਲੇ ਪਾਸੇ ਜਾਇਓ। ਬੀਬੀਆਂ ਖੱਟੀਆਂ ਚੁੰਨੀਆਂ ਲੈ ਕੇ ਆਉਂਦੀਆਂ ਨੇ, ਪੱਗ ਬੰਨ੍ਹ ਕੇ ਵੀਰ ਆਉਂਦੇ ਨੇ ਖੱਟੀਆਂ ਚੁੰਨੀਆਂ ਲੈ ਕੇ। 2-2 ਹਜ਼ਾਰ 3-3 ਹਜ਼ਾਰ ਦਾ ਇਕੱਠ ਹੁੰਦਾ ਪਿੰਡਾਂ 'ਚੋਂ। ਜਿਨ੍ਹਾਂ ਨੇ ਡਿਊਟੀਆਂ ਲਾਈਆਂ ਉਹ ਸਾਰੇ ਕੰਮ ਵੀ ਕਰਦੇ ਨੇ, ਖੇਤੀਬਾੜੀ ਵੀ ਕਰਦੇ ਨੇ, ਵਿਆਹ ਵੀ ਕਰਦੇ ਨੇ, ਤੇ ਹਫ਼ਤੇ ਬਾਅਦ ਉਹਨਾਂ ਦੀ ਵਾਰੀ ਆਉਂਦੀ ਹੈ। ਸਾਡੀ ਯਾਰ ਆਹ ਏਰੀਏ 'ਚ ਮੈਂ ਦੇਖ ਲਿਆ ਜਾਂ ਮਾਝੇ 'ਚ ਦੇਖ ਲਿਆ, ਆਹ ਜਿਰਕਪੁਰ ਦੇ ਨੇੜੇ ਤੇੜੇ, ਸਾਡੀ ਸਿਰਫ ਇੱਥੇ ਨੌਜਵਾਨੀ ਦੀ ਇਹ ਪ੍ਰੋਬਲਮ ਆ ਵੀ ਇੱਥੇ ਗਾਉਣੇ ਵਾਲਿਆਂ ਨੂੰ ਹੀ ਦੇਖਣ ਆਉਂਦੇ ਨੇ, ਉਸ ਤੋਂ ਬਾਅਦ ਜਾ ਵੜਦੇ ਆ। ਇੱਥੇ ਤੁਸੀਂ ਦੇਖ ਲਿਓ ਕੈਮਰੇ ਵੀ ਇੱਥੇ ਨੇ, ਸਾਰੇ ਇੱਥੇ ਨੇ। ਇੱਥੋਂ ਵੀਰ ਜਾਣਗੇ ਕਾਰ ਕੋਲੇ, ਦੇ ਫੋਟੋ ਲੈ ਫੋਟੋ। ਅੱਜ ਦੇਖੋ ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਇਹ ਲੜਾਈ ਅਸੀਂ ਜਿੱਤਾਂਗੇ। ਸਾਡਾ ਵੀ ਯਾਰ ਦਿਲ ਭਰ ਆਉਂਦਾ ਜਦੋਂ ਅਸੀਂ ਇੱਥੋਂ ਬੋਲਦੇ ਹਾਂ, ਕਿਉਂਕਿ ਅਸੀਂ ਇਸ ਕੰਮ ਲਈ ਤਾਂ ਬਣੇ ਨਹੀਂ ਸੀ। ਸਾਡਾ ਕੰਮ ਸੀ ਤੁਹਾਡੀਆਂ ਖੁਸ਼ੀਆਂ 'ਚ ਸ਼ਰੀਕ ਹੋਣਾ। ਅੱਜ ਅਸੀਂ ਇਹ ਪੰਜਾਬ ਤੇ ਦੁਖਾਂਤ ਘੜੀ ਹੈ, ਦੁੱਖ ਦੀ ਘੜੀ ਹੈ। ਅੱਜ ਅਸੀਂ ਤੁਹਾਡੇ ਦੁੱਖ 'ਚ ਤੇ ਸ਼ਰੀਕ ਹੋਣ ਆਏ ਆ। ਸਾਡਾ ਅੰਦਰੋਂ ਨਹੀਂ ਜ਼ਮੀਰ ਇਜਾਜ਼ਤ ਦਿੰਦਾ ਵੀ ਯਾਰ ਅਸੀਂ ਫੋਟੋਆਂ ਖਿੱਚ ਕੇ ਪਾਈਏ। ਤੁਸੀਂ ਮੇਰਾ ਆਪਦਾ ਪੇਜ ਦੇਖ ਲਿਓ, ਮਹੀਨਾ ਹੋ ਗਿਆ ਮੈਂ ਨਹੀਂ ਕੋਈ ਫੋਟੋ ਖਿੱਚ ਕੇ ਪਾਈ। ਪਰ ਗੱਲ ਇਹ ਆ, ਜੇ ਕਿਸੇ ਵੀਰ ਨੂੰ ਜਵਾਬ ਦੇ ਦਈਏ, ਉਹਨੇ 1 ਮਿੰਟ ਲਾਉਣਾ ਹੁੰਦਾ ਇਹ ਗੱਲ ਕਹਿਣ ਨੂੰ, ਅੱਛਾ ਯਾਰ ਇਹਦਾ ਫੁਕਰਾ ਯਾਰ, ਇਹਦਾ ਹਵਾ ਕਰਦਾ। ਇਹ ਸਾਡੀ ਸੋਚਣ ਸ਼ਕਤੀ ਹੈ ਜਿਹੜੀ ਛੋਟੀ ਹੋ ਗਈ ਬਹੁਤ ਜ਼ਿਆਦਾ। ਇੱਥੇ ਫਰਕ ਆ ਗਿਆ ਕਿਉਂਕਿ ਅਸੀਂ ਇੱਥੇ ਫੋਟੋਆਂ ਕਰਾਉਣੀ ਆਉਂਦੇ ਆ, ਇਹ ਸੱਚਾਈ ਹੈ।
ਜੇ ਇੱਥੇ ਫੋਟੋਆਂ ਤੱਕ ਇਹ ਜੰਗ ਸੀਮਤ ਨਾ ਹੁੰਦੀ ਤਾਂ ਇੱਥੇ ਅੱਜ ਇਸ ਇਲਾਕੇ ਦਾ ਘੱਟੋ ਘੱਟ 500 ਨੌਜਵਾਨ ਹੁੰਦਾ। ਇਹ ਵੀ ਵੀਰ ਉਨੇ ਕੀ ਆਇਆ ਜਿਨ੍ਹਾਂ ਨੇ ਸਾਡੀਆਂ ਪੋਸਟਾਂ ਦੇਖੀਆਂ ਨੇ ਵੀ ਚੱਲ ਆਏ ਆ ਯਾਰ 2 ਘੜੀ ਨਾਲੇ ਸੁਣਿਆ ਆਵਾਂਗੇ ਨਾਲੇ ਦੇਖਿਆ ਆਵਾਂਗੇ ਨਾਲੇ ਸਵਾਦ ਲੈ ਕੇ ਤਾੜੀਆਂ ਮਾਰ ਕੇ ਘਰ ਨੂੰ ਮੁੜ ਜਾਾਂਗੇ। ਪਰ ਐਦਾਂ ਫਿਰ ਲੜਾਈ ਜਿੱਤੀ ਨਹੀਂ ਜਾਣੀ। ਇੱਥੇ ਉਹਨਾਂ ਲੋਕਾਂ ਤੋਂ ਸਿੱਖੋ ਜਿਹੜੇ 4-4 ਦਿਨਾਂ ਦੇ ਬੈਠੇ ਨੇ, ਜਿਹੜੇ ਦਿਨ ਪਰ ਰਾਤ ਆ ਰਹੇ ਨੇ। ਇਹ ਆਪਣਾ ਫਰਜ਼ ਹੈ। ਮੈਂ ਤੁਹਾਨੂੰ ਇਹ ਗੱਲ, ਤੁਸੀਂ ਕੋਈ ਬੁਰਾ ਨਾ ਮਨਾਇਓ ਮੇਰੀ ਗੱਲ ਦਾ, ਮੈਂ ਹੱਕ ਨਾਲ ਤੁਹਾਨੂੰ ਇਹ ਗੱਲ ਕਹਿਣਾ। ਜੇ ਆਪਾਂ ਹਲੇ ਨਾ ਜਾਗੇ ਤਾਂ ਬਰਗਾੜੀ ਆਪਣੇ ਨਾਲ ਕੀ ਹੋਇਆ ਤੁਹਾਨੂੰ ਸਭ ਨੂੰ ਪਤਾ। ਇਹ ਤਾਂ ਬਾਉਂਸ ਆਫਰ ਸਾਨੂੰ ਮਿਲ ਰਿਹਾ, ਚਲੋ ਆਪਾਂ ਧਰਨੇ ਚੱਲੀ ਜਾਂਦੇ ਨੇ, ਪਰ ਸਰਕਾਰਾਂ ਜਦੋਂ ਰਾਜ ਆ ਗਈਆਂ ਆਪਦੇ ਆਪ 'ਚ ਤਾਂ ਦਿਨ ਕੀ ਮੈਂ ਕਹਿੰਦਾ ਘੰਟਿਆਂ ਦੀ ਗੱਲ ਹੈ ਸਾਨੂੰ ਅੰਦਰ ਬਾੜਨਾ। ਕਰੋਨਾ 'ਚ ਤੁਹਾਨੂੰ ਸਭ ਨੂੰ ਬਾੜਿਆ ਹੀ ਹੈ, ਤੁਹਾਨੂੰ ਪਤਾ ਹੀ ਹੈ, ਤੁਹਾਨੂੰ 1 ਇੰਚ ਨਹੀਂ ਘਰੋਂ ਬਾਹਰ ਨਿਕਲਣ ਦਿੱਤਾ। ਸੋ ਜਿੰਨਾ ਚਿਰ ਹੈਗੇ ਆ ਉਹਨਾਂ ਚਿਰ ਅਗਲੀ ਰਣਨੀਤੀ ਵੀ ਬਣਾ ਲਈਏ ਵੀ ਜੇ ਬਾਈ ਚਾਂਸ ਸਾਨੂੰ ਅੰਦਰ ਬਾੜਤਾ ਤਾਂ ਅਸੀਂ ਕੀ ਕਰਾਂਗੇ। ਕੋਈ ਨਾ ਕੋਈ ਸੂਝ-ਬੂਝ ਦਾ ਤਾਣਾ ਬਾਣਾ ਬੁਣ ਲਈਏ। ਸੋ ਇੰਨੀ ਕੁ ਮੈਂ ਤਾਂ ਤੁਹਾਡੇ ਚਰਨਾਂ 'ਚ ਹਾਜ਼ਰੀ ਲਵਾਉਣੀਆਂ, ਬੇਨਤੀਆਂ ਕਰਨੀਆਂ ਨੇ। ਖੜਾਂਗੇ ਸਾਡੇ ਤੇ ਕੋਈ ਆਊਗੀ ਤਾਂ ਤੁਸੀਂ ਖੜਨਾ, ਕਿਉਂਕਿ ਇਹ ਇੱਕੇ ਦੀ ਲੜਾਈ ਹੈ। ਜਦੋਂ ਤੱਕ ਆਪਾਂ ਇੱਕ ਨਹੀਂ ਹੁੰਦੇ ਉਦੋਂ ਤੱਕ ਇਹ ਲੜਾਈ ਜਿੱਤ ਨਹੀਂ ਸਕਦੇ। ਪਰ ਅੱਜ ਖੁਸ਼ੀ ਦੀ ਗੱਲ ਇਹ ਆ ਵੀ ਸਾਰਾ ਪੰਜਾਬ ਇੱਕ ਹੋਇਆ ਨੌਜਵਾਨੀ ਸੜਕਾਂ ਤੇ ਆਈ ਹੋਈ ਹੈ। ਬਸ ਥੋੜੀ ਜੀ ਪਤਾ ਲੱਗਦਾ ਜਿਹੜੇ ਚੰਗੇ ਲੋਕ ਨੇ ਬਾਹਰਲਿਆਂ ਸਟੇਟਾਂ ਦੇ, ਉਹ ਵੀ ਸਾਡੀ ਆਵਾਜ਼ 'ਚ ਹਾਂ ਭਰਦੇ ਆ। ਜਿਵੇਂ ਇੱਥੇ ਸਰਸੇ 'ਚ ਲਾਠੀ ਚਾਰਜ ਕਿਸਾਨਾਂ ਤੇ ਕੀਤਾ, ਅਸੀਂ ਇੱਥੇ ਅਸੀਂ ਅਫਸੋਸ ਮਨਾਇਆ 2 ਘੰਟੇ ਸੜਕ ਰੋਕ ਕੇ ਕਿ ਤੁਸੀਂ ਕਿਸਾਨਾਂ ਨਾਲ ਗਲਤ ਕੀਤਾ। ਉਵੇਂ ਜਿਹੜੇ ਚੰਗੇ ਲੋਕ ਨੇ ਉਹ ਸੋਸ਼ਲ ਮੀਡੀਆ ਤੇ ਲਹਿਰ ਦਾ ਹਿੱਸਾ ਬਣਦੇ ਆ ਤਾਂ ਲੋਕਾਂ ਨੂੰ ਵੱਧ ਪਤਾ ਲੱਗਦਾ ਕਿ ਪੰਜਾਬ 'ਚ ਕੀ ਹੋ ਰਿਹਾ। ਸੋ ਅਸੀਂ ਜਿੰਨੇ ਕੁ ਜੋਗੇ ਹੈਗੇ ਆ ਆਪਦੇ ਤੌਰ ਤੇ ਲੱਗੇ ਹੋਏ ਆ ਤੇ ਮਹਾਰਾਜ ਮਿਹਰ ਕਰੂਗਾ, ਲੜਾਈ ਜਿੱਤਾਂਗੇ ਵੀ ਜ਼ਰੂਰ, ਕਿਉਂਕਿ ਪੰਜਾਬੀ ਨੇ ਜਿਹੜੇ ਚੜ੍ਹਦੀ ਕਲਾ ਦਾ ਸੰਕੇਤ ਨੇ। ਅਸੀਂ ਅੱਜ ਦੁਨੀਆ ਜਿੱਤੀ ਬੈਠੇ ਆ ਯਾਰ, ਤਾਂ ਫਿਰ ਹਿੰਦੁਸਤਾਨ ਆ। ਅਸੀਂ ਤਾਂ ਕੈਨੇਡਾ ਜਿੱਤ ਲਿਆ, ਅਮਰੀਕਾ ਜਿੱਤ ਲਿਆ। ਇੰਗਲੈਂਡ ਦੀ ਰਾਣੀ ਜਦੋਂ ਕਿਸੇ ਸਰਦਾਰ ਨਾਲ ਹੱਥ ਮਿਲਾਉਂਦੀ ਹੈ, ਦਸਤਾਨਾ ਲਾ ਲੈਂਦੀ ਹੈ, ਸਾਡਾ ਐਡਾ ਰੁਤਬਾ ਹੈ ਦੁਨੀਆ ਤੇ। ਇਹ ਤਾਂ ਫਿਰ ਸਾਡਾ ਘਰ ਹੈ। ਇਹ ਤਾਂ ਫਿਰ ਇੱਥੇ ਤਾਂ ਗੱਲ ਹੀ ਮੈਂ ਕਹਿੰਦਾ ਯਾਰ ਚੁਟਕੀ ਦੀ ਆ ਬਸ, ਪਰ ਰਣਨੀਤੀ ਬਣਾ ਲਈਏ। ਠੀਕ ਹੈ, ਹਰਫ ਨੇ ਕੱਲ ਕਿਹਾ ਸੀ ਕਿ ਸਰਵਾਈਵਲ ਦੀ ਲੜਾਈ ਹੁੰਦੀ ਹੈ ਹਮੇਸ਼ਾ, ਹੋਂਦ ਦੀ, ਜਿਹਨੂੰ ਕਹਿ ਦਈਏ ਵੀ ਜਿਉਂਦੇ ਰਹਿਣ ਦੀ। ਹਲੇ ਆਪਾਂ ਬਹੁਤ ਸਿਖਾਲੇ ਆ ਤਾਂ ਕਰਕੇ ਸਾਨੂੰ ਲੱਗੀ ਜਾਂਦਾ ਵੀ ਕੋਈ ਨਹੀਂ ਚੱਲੀ ਜਾਂਦਾ, ਤੁੱਕ ਲੁੱਕ ਨਾਲ ਅੱਗੇ ਵੀ ਚੱਲੀ ਜਾਊਗਾ, ਦੇਖਾਂਗੇ ਕੀ ਬਣਦਾ। ਜ਼ਿਆਦਾ ਮੇਰੀ ਵੀ ਪਹਿਲੇ ਦਿਨ ਇਹੀ ਸੋਚ ਸੀ ਜਦੋਂ ਇਹ ਮੋਰਚਾ ਸ਼ੁਰੂ ਹੋਇਆ। ਮੈਂ ਵੀ ਘਰੇ ਬੈਠਾ ਇਹੀ ਸੋਚਦਾ ਹੁੰਦਾ ਸੀ ਵੀ ਕੋਈ ਨਹੀਂ, ਜਿੱਧਰ ਸਾਰੀ ਦੁਨੀਆ ਜਾਊਗੀ ਉਧਰ ਮੈਂ ਚਲਾ ਜਾਊਂਗਾ, ਮੇਰੇ ਨਾਲ ਕਿਹੜਾ ਕੁਝ ਲੈਦਾ ਹੀ ਹੋਣਾ। ਪਰ ਤੁਸੀਂ ਉਹ ਸੋਚ ਪਿੱਛੇ ਰੱਖ ਕੇ ਇੱਕ ਵਾਰੀ ਇੱਥੇ ਆ ਕੇ ਦੇਖੋ। 2 ਦਿਨ ਤੁਸੀਂ ਇੱਥੇ 2 ਰਾਤਾਂ ਲਾ ਕੇ ਦੇਖੋ, ਤੀਜੇ ਦਿਨ ਤੁਹਾਡਾ ਆਪਣੇ ਆਪ ਹੀ ਜਾਣ ਨੂੰ ਇੱਥੋਂ ਜੀ ਨਹੀਂ ਕਰਨਾ। ਇੱਥੇ ਉਹ ਵਿਚਾਰਾਂ ਹੁੰਦੀਆਂ ਨੇ, ਪਰ ਗੱਲ ਇਹ ਆ ਵੀ ਪਹਿਲ ਕਦਮੀ ਕਰਨੀ ਜ਼ਰੂਰੀ ਆ। ਉਹ ਸੋਚ ਨੂੰ ਛੱਡ ਦਿਓ ਵੀ ਅੱਜ ਕੋਈ ਗਾਉਣੇ ਵਾਲਾ ਜਾਂ ਅੱਜ ਕਿਸੇ ਨਾਲ ਫੋਟੋ ਕਰਾਉਣੀ ਆ। ਅਸੀਂ ਇਹ ਜੰਗ ਜਿੱਤੀਏ, ਉਦੋਂ ਬਾਅਦ ਜਿੰਨੇ ਭਰਾ ਬੈਠੇ ਨੇ ਇੰਨਾ ਕੁ ਮੇਰਾ ਇਹਨਾਂ ਦੇ ਹੱਕ ਆ ਵੀ ਇੱਥੇ ਹੀ ਏਸੀ ਜਗ੍ਹਾ ਤੇ ਲਿਆ ਕੇ ਖਾੜਾ ਲਵਾਵਾਂਗੇ, ਸਾਰਿਆਂ ਦੇ ਖੁਸ਼ੀ ਦੇ ਗੀਤ ਗਾਵਾਂਗੇ। ਪਰ ਅੱਜ ਫੋਟੋਆਂ ਕਰਾਉਣ ਨੂੰ ਨਾ ਤਾਂ ਯਾਰ ਸਾਡਾ ਦਿਲ ਕਰਦਾ, ਤੁਸੀਂ ਪਤਾ ਨਹੀਂ ਕਿਹੜੇ ਹਾਜ਼ਮੇ ਨਾਲ ਕਹਿ ਦਿੰਦੇ ਹੋ ਮੋਬਾਈਲ ਕੱਢ ਕੇ ਵੀ ਬਾਈ ਫੋਟੋ ਕਰ ਲਈ। ਆਪਾਂ ਇੱਥੇ ਕਿਹੜਾ ਵਿਆਹ ਤੇ ਆਏ ਆ ਯਾਰ, ਕਿਸੇ ਤੇ ਨਹੀਂ ਚੰਗਾ ਲੱਗਦਾ। ਇੱਕ ਚੰਗਾ ਸੰਕੇਤ ਦਈਏ। ਇੱਕ ਕਿਸੇ ਵੀਰ ਨੇ ਬਹੁਤ ਵਧੀਆ ਬਾਹਰਲੇ ਪੱਤਰਕਾਰ ਨੇ ਪਾਇਆ ਹੋਇਆ ਸੀ ਕਿ ਪੰਜਾਬੀ ਕਲਾਕਾਰ ਇਕੱਠਾਂ 'ਚ ਤਾਂ ਜਾਂਦੇ ਆ ਲੋਕ ਉਹਨਾਂ ਨਾਲ ਫੋਟੋਆਂ ਕਰਾਉਣ ਦੇ ਆ। ਉਹ ਲੋਕਾਂ ਨੂੰ ਆਪਾਂ ਮੂੰਹ ਤੋੜਮਾ ਜਵਾਬ ਦਈਏ, ਕਿਉਂਕਿ ਪਹਿਲਾਂ ਪੰਜਾਬ ਤੇ ਇਹ ਟੈਗ ਲੱਗਿਆ ਹੋਇਆ ਸੀ ਵੀ ਇੱਥੇ ਦੇ ਨੌਜਵਾਨਾਂ ਦੇ ਬਾਹਾਂ 'ਚ ਚਿੱਟੇ ਦੀਆਂ ਸੂਈਆਂ ਰਹਿ ਗਈਆਂ। ਉਹਨਾਂ ਨੂੰ ਆਪਾਂ ਇਹ ਇਕੱਠ ਕਰਕੇ ਜਵਾਬ ਦੇਤਾ ਵੀ ਸਾਡੀਆਂ ਬਾਹਾਂ 'ਚ ਕੋਈ ਚਿੱਟੇ ਦੀਆਂ ਸੂਈਆਂ ਨਹੀਂ। ਅਸੀਂ ਅੱਜ ਵੀ ਆਪਣੇ ਹੱਕ ਲੈਣਾ ਜਾਣਦੇ ਹਾਂ ਤੇ ਅਸੀਂ ਕੱਲ ਨੂੰ ਵੀ ਜੇ ਸਾਡੇ ਤੇ ਕੋਈ ਆ ਕੇ ਥੋਪੂਗਾ ਕੋਈ ਕਾਨੂੰਨ ਤਾਂ ਅਸੀਂ ਬਗਾਵਤ ਕਰਾਂਗੇ। ਹੁਣ ਉਸੇ ਤਰ੍ਹਾਂ ਜਦੋਂ ਆਪਾਂ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਆ, ਉਹਨਾਂ ਏਜੰਸੀਆਂ ਦੇ ਮੂੰਹ ਤੇ ਚਪੇੜ ਮਾਰੀ ਆ, ਉਸੇ ਤਰ੍ਹਾਂ ਇਹ ਵੀ ਕਹਿ ਲਈਏ ਕਿ ਅਸੀਂ ਇੱਥੇ ਕਲਾਕਾਰਾਂ ਨਾਲ ਕੱਲੀਆਂ ਫੋਟੋਆਂ ਕਰਾਉਣ ਨਹੀਂ ਆਉਂਦੇ, ਅਸੀਂ ਇੱਥੇ ਇਸ ਲਹਿਰ ਦਾ ਹਿੱਸਾ ਬਣਨ ਆਉਂਦੇ ਹਾਂ। ਚਾਹੇ 4 ਘੰਟੇ ਬਹਿ ਕੇ ਜਾਓ, ਚਾਹੇ ਘੱਟੋ ਘੱਟ 2 ਘੰਟੇ ਤਾਂ ਇੱਥੇ ਹਾਜ਼ਰੀ ਲਵਾ ਕੇ ਜਾਓ। ਕੁਦਰਤ ਹੈ ਜਿਹੜੀ ਉਹ ਨਿਯਮ ਬਣਾਉਂਦੀ ਆ ਤੁਹਾਡੇ ਤੇ, ਉਹਨਾਂ ਚੀਜ਼ਾਂ ਦਾ, ਇਹਨਾਂ ਦੀਆਂ ਗੱਲਾਂ ਦਾ ਪ੍ਰਭਾਵ ਆਊਗਾ। ਬਜ਼ੁਰਗ ਨੇ, ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਭੁੱਲ ਚੁੱਕ ਗਲਤੀ ਦੀ ਮਾਫੀ ਚਾਹੁੰਦਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।